ਉਹ ਜਿਹੜੀ ਮੈਂ ਗੱਲ ਸੁਣਾਉਂਗਾ ਨਾ ਇਹ ਐਸੀ ਸੁਣਾऊँ ਵੀ ਜਿਹਾ ਜਿਹਾ ਵੀ ਬਚਪਨ ਤੋਂ ਲੈ ਕੇ ਬੰਦਾ ਬੜੇਪੇ ਤੀਕਰ ਕਰਮ ਕਰਦਾ ਹੈ ਉਸ ਦਾ ਉਹਨੂੰ ਸਾਰਾ ਫਲ ਦੂਸਰੇ ਜਾਮੇ ਪੂਰਾ ਮਿਲਦਾ ਹੈ। ਕਿਤੇ ਇਹ ਨਾ ਸੋਚੋ ਵੀ ਬੰਦੇ ਨੂੰ ਤਾਂ ਖੁਦ ਮੁਖਤਿਆਰੀ ਹੈ, ਇਹ ਕਿਹਨੇ ਭੁਗਤਣਾ, ਨਹੀਂ, ਇਹ ਸਾਰਾ ਕਰਮ ਸਾਨੂੰ ਉਹਦਾ ਹਿਸਾਬ ਦੇਣਾ ਪਊਗਾ। ਕੋਈ ਐਵੇਂ ਜਿਵੇਂ ਕਿਸੇ ਜ਼ਿਮੀਂਦਾਰ ਦੇ ਲੜਕੇ ਤੇ ਦੋ, ਉਹ ਜਿਹੜੇ ਲੜਕੇ ਤੇ ਛੋਟੀ ਉਮਰ ਦੇ ਵਿੱਚ ਉਹ ਇਹੋ ਜਿਹੇ ਕਰਮ ਕਰਦੇ ਤੇ ਦੋਨੇ ਲੱਗ-ਲੱਗ। ਇੱਕ ਬੱਚਾ ਤਾਂ ਇਹੋ ਜਿਹੇ ਕਰਮ ਕਰਦਾ ਸੀ ਜਦੋਂ ਉਹਨੇ ਰੋਟੀ ਖਾਣੀ ਤਾਂ ਚੂਰ ਕੇ ਰੋਟੀ ਕੁਛ ਗੀਝੇ 'ਚ ਪਾ ਲੈਣੀ, ਉਹ ਗੀਝੇ 'ਚ ਪਾ ਕੇ ਕੀੜਿਆਂ ਦੇ ਪਾਉਣ ਤੇ ਜਾਨਵਰਾਂ ਨੂੰ ਪਾਉਣੀ, ਕੁੱਤੇ ਨੂੰ ਪਾਉਣੀ। ਅਕਾਲ ਪੁਰਖ ਦਾ ਉਹਨੇ ਨਾਂ ਲੈਣਾ, ਢਿੱਡ 'ਚ ਉਹਨੂੰ ਬੱਚਾ ਹੀ ਸਮਝਦੇ ਤੇ ਉਹਨੂੰ ਕਿਹਾ ਕਰਨ ਇਹ ਤਾਂ ਥੋੜ੍ਹਾ ਜਿਹਾ ਮੋਟੀ ਮੱਤ ਦਾ ਹੈ। ਅੱਛਾ, ਉਹਦਾ ਇਹੋ ਜਿਹੀ ਮੱਤ ਦਾ ਸੀ। ਜਿਹੜਾ ਦੂਸਰਾ ਲੜਕਾ ਸੀ ਨਾ ਉਹ ਇਹੋ ਜਿਹੀ ਮੱਤ ਦਾ ਸੀ, ਘਰੋਂ ਨਿਕਲ ਜਾ ਕਰੇ ਰੋਟੀਆਂ ਖਾ ਕੇ, ਕਿਸੇ ਦੀ ਮੈਂਸ ਦਾ ਸੰਗਲ ਲਾ ਲਿਆ, ਕਿਸੇ ਦਾ ਡੋਲੂ ਚੱਕ ਲਿਆ, ਕਿਸੇ ਦੀਆਂ ਪਾਥੀਆਂ ਚੱਕ ਲਿਆ। ਉਹ ਇਹੋ ਜਿਹੇ ਕੰਮ ਕਰਨ ਵਾਲਾ ਬੱਚਾ ਸੀਗਾ। ਇੱਕ ਬਾਪ ਦੇ ਬੇਟੇ ਨੇ ਉਹ ਕਰਮ ਅਲੱਗ-ਅਲੱਗ ਕਰ ਰਹੇ ਨੇ। ਉਹ ਜਿਹੜਾ ਲੜਕਾ ਸੀ ਭਾਈ ਇਸ ਤਰ੍ਹਾਂ ਦੇ ਛੋਟਾ ਤਾਂ ਸਾਰਾ ਹੀ ਦੱਸਣਾ ਸਿਰੇ 'ਤੇ ਜਾ ਕੇ। ਉਹ ਭਾਈ ਜਦੋਂ ਇਹੋ ਜਿਹੇ ਕਰਮ ਕਰਦਾ ਸੀ ਤਾਂ ਘਰ ਦੇ ਕਿਹਾ ਕਰਨ ਸਾਡਾ ਮੁੰਡਾ ਤਾਂ ਆਹ ਹੈ ਕੰਮ ਵਾਲਾ, ਇਹਦਾ ਬੇਕਾਰ ਹੈ। ਉਦੋਂ ਬਾਅਦ ਭਾਈ ਅੱਗੇ ਪੜ੍ਹਾਈ ਦਾ ਖਿਆਲ ਹੈ ਨਹੀਂ ਸੀ ਤਾਂ ਜਦੋਂ ਬੱਚਾ ਡਾਰ ਹੋ ਜਾਂਦਾ ਉਹਨੂੰ ਡੰਗਰਾਂ ਮਗਰ ਲਾ ਦਿੰਦੇ ਹੁੰਦੇ, ਪਾਲੀ ਬਣਾ ਦਿੰਦੇ ਡੰਗਰਾਂ ਦਾ, ਡੰਗਰ ਚਾਰ ਦਾ। ਉਹ ਜਦੋਂ ਭਾਈ ਡੰਗਰਾਂ ਮਗਰ ਲਾਤਾ ਤਾਂ ਉਦੋਂ ਬੜੀਆਂ ਹਰਕਤਾਂ ਭੈੜੀਆਂ ਕਰਿਆ ਕਰੇ, ਉਹ ਪਾਪ ਕਰਿਆ ਕਰੇ, ਦੁਰਦਿਸ਼ਾ ਕਰਿਆ ਕਰੇ, ਦੁਰਦਿਸ਼ਾ ਕਰਾਇਆ ਕਰੇ। ਤਾਂ ਉਹ ਮਾਲ ਚਾਰਦੇ ਨੇ ਇੱਕ ਦਿਨ ਕੀ ਹੋਇਆ, ਉਹਦੀ ਗਊ ਦਾ ਬੱਚਾ 5-7 ਦਿਨ ਦਾ ਸੀਗਾ, ਕਿਤੇ ਉਹ ਆਪਦੀ ਮਾਂ ਨੂੰ ਚੁੰਘ ਗਿਆ। ਉਹਨੇ ਦੇਖ ਲਿਆ ਵੀ ਗਾਂ ਨੂੰ ਚੁੰਘੀ ਜਾਂਦਾ ਹੈ, ਐਡਾ ਭਾਈ ਉਹ ਨਿਰਦਈ ਦੇਖਿਆ, ਉਹਨੇ ਬੇਰਹਿਮੀ ਦੇ ਨਾਲ ਸੋਟੀ ਚੱਕੀ, ਉਹ ਬੱਸੇ ਦੇ ਐਸੀ ਸੋਟੀ ਮਾਰੀ ਸਿਰ 'ਚ, ਉਹ ਬੱਸੇ ਦੀ ਜਾਨ ਖਤਮ ਕਰਤੀ। ਉਹ ਬੱਸਾ ਚੱਲ ਗਿਆ। ਮਾਂ ਗੇੜੇ ਦਿਆ ਕਰੇ, ਰੰਭਿਆ ਕਰੇ। ਉਹਨੇ ਪਾਪੀ ਨੇ ਇਹ ਨਹੀਂ ਸੋਚਿਆ ਵੀ ਮੈਂ ਕਿੱਡਾ ਵੱਡਾ ਪਾਪ ਕਰਤਾ, ਕੋਈ ਉਹਦੇ ਦਿਮਾਗ 'ਤੇ ਅਸਰ ਨਾ ਹੋਇਆ, ਇਹੋ ਜਿਹੇ ਕੰਮੋਂ ਕਰਦਾ ਰਿਹਾ ਪਾਪ। ਉਦੋਂ ਬਾਅਦ ਫਿਰ ਜਦੋਂ ਉਹ ਵੱਡਾ ਹੋ ਜਾਂਦਾ ਉਦੋਂ ਤਾਂ ਉਹਨੂੰ ਹਲ ਮਗਰ ਲਾ ਦਿੰਦੇ ਹੁੰਦੇ, ਅੱਗੇ ਬਲਦਾਂ ਦੇ ਹਲ ਚੱਲਦੇ ਹੁੰਦੇ, ਉਹ ਹਲ ਮਗਰ ਲਾ ਦੇਣਾ, ਫਿਰ ਉਹਨੂੰ ਕਹਿਣਾ ਵੀ ਸਾਡਾ ਮੁੰਡਾ ਹਾਲ ਹੀ ਬਣ ਗਿਆ। ਉਹ ਹਲ ਵਾਹੁਣ ਲਾਤਾ, ਉਹ ਹਲ ਵਾਹੁੰਦਾ ਰਿਹਾ। ਉਦੋਂ ਵੀ ਉਹ ਬੜੇ ਭੈੜੇ ਕਰਮ ਕਰਿਆ ਕਰੇ, ਬੇਰਹਿਮੀ ਨਾਲ ਪਸ਼ੂ ਕੁੱਟਣਾ, ਕਿਸੇ ਨੂੰ ਸਿੱਧਾ ਨਹੀਂ ਬੋਲਣਾ, ਗਲਤ ਬੋਲਣਾ, ਪਾਪ ਕਰਨੇ, ਮਾਸ ਮਿੱਟੀ ਖਾਣਾ, ਇਹੋ ਜਿਹੇ ਕੰਮ ਕਰਦਾ ਸੀਗਾ। ਤਾਂ ਇੱਕ ਦਿਨ ਹਲ ਵਾਹੁੰਦੇ ਦੇ ਕੀ ਹੋਇਆ, ਚਰੀ ਦੇ ਵਿੱਚੋਂ ਮੂਨ ਤੇ ਮਿਰਗ ਨਿਕਲੇ। ਉਹਨਾਂ ਦੇ ਮਗਰ ਇੱਕ ਛੋਟਾ ਜਿਹਾ ਬੱਚਾ, ਉਹਦੀ ਨਿਗਾਹ ਪੈ ਗਿਆ ਬਈਆ ਹੈ ਕਹਿੰਦਾ ਮੀਟ ਦਾ ਲਹਿਰਾ ਮਿਲ ਗਿਆ ਅੱਜ ਕੋਲੀ, ਖੜਾ ਕੇ ਹਲ ਉਹਨਾਂ ਦੇ ਮਗਰ ਪੈ ਗਿਆ। ਉਹ ਡਾਰ ਤੇ ਉਹ ਤਾਂ ਗਏ ਭੱਜ, ਉਹ ਬਚਾ ਮਾਰ ਲਿਆ, ਮਾਰ ਕੇ ਬੜਾ ਖੁਸ਼ ਹੋਇਆ ਵੀ ਅੱਜ ਦਾ ਮੀਟ ਲਹਿਰਾ ਮਿਲ ਗਿਆ ਕੋਲੀ। ਐ ਨਹੀਂ ਦੇਖਿਆ ਵੀ ਮੈਂ ਕਿਹੋ ਜਿਹੇ ਕਰਮ ਕਰਦਾ, ਇਹਦਾ ਮੈਨੂੰ ਸਾਰਾ ਹਿਸਾਬ ਦੇਣਾ ਪਊ ਕਾਲ ਪੁਰਖ ਦੇ ਅੱਗੇ। ਤਾਂ ਭਾਈ ਉਹ ਜਦੋਂ ਇਸ ਤਰ੍ਹਾਂ ਦੇ ਕਰਮ ਕਰਦਾ ਰਿਹਾ ਤਾਂ ਹੁਣ ਉਦੋਂ ਬਾਅਦ ਭਾਈ ਜਦੋਂ ਦੂਸਰਿਆਂ ਦੇ ਬੱਚਿਆਂ ਦੀ ਸ਼ਾਦੀ ਹੋਣੀ ਦੀ ਸ਼ਾਦੀ ਤਾਂ ਉਹਦੀ ਵੀ ਹੋਣੀ ਦੀ ਸ਼ਾਦੀ ਉਹਦੀ ਵੀ ਕਰਤੀ। ਜਦੋਂ ਉਹਦੀ ਸ਼ਾਦੀ ਕਰਤੀ ਤਾਂ ਉਦੋਂ ਬਾਅਦ ਭਾਈ ਹੌਲੀ ਜਦੋਂ 2 ਨੇ ਚਾਹੇ 4 ਨੇ ਭਰਾ ਭਾਈ ਉਹਨਾਂ ਨੇ ਅੱਡ ਤਾਂ ਹੋਣਾ ਹੀ ਆ। ਫਿਰ ਉਹ ਅਲੱਗ-ਅਲੱਗ ਹੋ ਗਏ, ਉਹ ਘਰਦਿਆਂ ਨੇ ਅੱਡ ਕਰਤਾ। ਖੇਤੀ ਦੇ ਕਰਨ ਵਾਲਾ ਸੀਗਾ, ਖੇਤੀ ਕਰਦਾ ਰਿਹਾ ਤੇ ਉਹ ਅੱਡ ਕਰਤਾ ਤੇ ਉਹਦੇ ਘਰ ਵਾਲੀ ਰੋਟੀ ਲੈ ਕੇ ਜਾਇਆ ਕਰੇ, ਉਹ ਹਲ ਵਾਹਿਆ ਕਰੇ। ਉਹ ਇੱਕ ਦਿਨ ਫਿਰ ਸ਼ੇਰਾ ਕੀ ਹੋਇਆ ਤਾਂ ਉਹਨੇ ਇਹ ਗੱਲ ਸੋਚੀ ਬਈ ਆਪਣੇ ਕਈ ਸਾਲ ਹੋ ਗਏ ਸ਼ਾਦੀ ਹੋਈ ਨੂੰ, ਆਪਣੇ ਬੱਚਾ ਨਹੀਂ ਕੋਈ ਹੋਇਆ। ਉਹਦੇ ਫਿਰ ਮਨ ਦੇ ਵਿੱਚ ਐਸੀਆਂ ਗੱਲਾਂ ਆਉਣ ਲੱਗ ਗਿਆ ਵੀ ਜਿਹੜਾ ਮੇਰੇ ਬੱਚਾ ਬੱਚੀ ਨਹੀਂ ਨਾ ਹੋਇਆ, ਵੀ ਖਬਰ ਨਹੀਂ ਤਾਂ ਹੀ ਨਹੀਂ ਹੋਇਆ, ਆਪਾਂ ਪਿੱਛੇ ਬੜੇ ਘਟੀਆ ਕਰਮ ਕਰੇ ਨੇ। ਅੱਛਾ, ਉਹ ਕਰਦਾ ਰਿਹਾ ਜਿਵੇਂ ਚੱਲਦਾ ਰਿਹਾ। ਜਦੋਂ ਵੀ ਬੰਦੇ ਦੀ ਉਮਰ ਹੋ ਜਾਂਦੀ ਹੈ ਅੱਧੇ 'ਚ ਜਾ ਕੇ ਹਰੇਕ ਦੀ ਮੱਤ 'ਚ ਫਰਕ ਪੈਂਦਾ, ਕਿਸੇ ਦੇ ਥੋੜ੍ਹਾ ਪਾਓ, ਕਿਸੇ ਦੇ ਜ਼ਿਆਦਾ ਪਾਓ। ਉਹ ਕਿਸ ਤਰ੍ਹਾਂ, ਜਿਵੇਂ ਹੁਣ ਬੰਦਾ ਕੋਈ ਪਹਿਲਾਂ ਤਾਂ ਬੜੇ ਅੱਛੇ ਕਰਮ ਕਰਦਾ, ਮਗਰ ਉਹਦੀ ਬੁੱਧੀ ਇੰਨੀ ਭ੍ਰਿਸ਼ਟ ਹੋ ਜਾਂਦੀ ਹੈ, ਨਾ ਉਹ ਨੂੰਹਾਂ ਨੂੰ ਸਿੱਧਾ ਬੋਲੇ, ਨਾ ਸਾਂਝੀ ਸੀਰੀ ਨੂੰ ਸਿੱਧਾ ਬੋਲੇ, ਨਾ ਘਰੇ ਉਹ ਬੜੇ ਪੁੱਠੇ ਕੰਮਾਂ 'ਤੇ ਹੋ ਜਾਂਦਾ ਸਿਆਣੀ ਉਮਰ 'ਚ ਜਾ ਕੇ। ਕੋਈ ਬੰਦਾ ਇਹੋ ਜਿਹਾ ਹੁੰਦਾ ਪਹਿਲਾਂ ਬੜੇ ਪੁੱਠੇ ਕਰਮ ਕਰਦਾ, ਬੜੇ ਪਾਪ ਕਰਦਾ, ਬੜੇ ਸੋਚਦਾ ਨਹੀਂ ਕਿਸੇ ਗੱਲ ਨੂੰ। ਉਹ ਫਿਰ ਮਗਰੋਂ ਫਿਰ ਉਹਦੇ ਮਨ 'ਚ ਵਿਚਾਰ ਆ ਜਾਂਦੇ, ਉਹਦੀ ਮੱਤ ਬਦਲ ਜਾਂਦੀ ਹੈ, ਫਿਰ ਉਹ ਅੱਛੇ ਪਾਸੇ ਚੱਲ ਪੈਂਦਾ ਹੈ। ਉਹ ਜਦੋਂ ਟਾਈਮ ਆਇਆ ਤਾਂ ਉਹਦੇ ਅੰਦਰ ਇਹ ਵਿਚਾਰਾਂ ਆਉਣ ਲੱਗ ਗਿਆ ਵੀ ਆਪਾਂ ਬੜੇ ਭੈੜੇ ਕੰਮ ਕਰੇ ਨੇ, ਖਾਲੀ ਔਲਾਦ ਤੋਂ ਬਿਨਾਂ ਆਪਾਂ ਤਾਂ ਹੀ ਵਾਂਝੇ ਬੈਠੇ ਆ। ਫਿਰ ਉਹ ਭਾਈ ਰਾਤ ਨੂੰ ਆਪਦੇ ਮਨ 'ਚ ਰੋਜ਼ ਸੋਚਿਆ ਕਰੇ ਵੀ ਮੈਂ ਤਾਂ ਜ਼ਿੰਦਗੀ ਦੇ ਵਿੱਚ ਰੋਟੀ ਖਾਧੀ ਹੈ, ਆਪਾਂ ਕਿਹੜਾ ਕੋਈ ਲਹਿਦਾ ਕੁਛ ਬਣਾ ਲਿਆ, ਆਪਾਂ ਤਾਂ ਪਾਪ ਹੀ ਕਰੇ ਨੇ। ਵੀ ਹੁਣ ਮਨਾ, ਹੁਣ ਅੱਜ ਤੋਂ ਆਪਾਂ ਇਹ ਕੰਮ ਸਾਡਾ, ਆਪਾਂ ਅੱਛੇ ਪਾਸੇ ਹੋ, ਅਕਾਲ ਪੁਰਖ ਦੇ ਨਾਂ ਦਾ ਸਿਮਰਨ ਕਰਿਆ ਕਰ, ਚੰਗੇ ਹੀ ਕਰਮ ਕਰੀਏ। ਅੱਛਾ, ਜਿਹਨੂੰ ਆਪਾਂ ਕਹਿ ਦਿੰਦੇ ਆ ਇਹ ਤਾਂ ਯਾਰ ਪਹਿਲਾਂ ਨਾ ਬੜਾ ਕੁਛ ਕਰਦਾ ਸੀ, ਹੁਣ ਗਾਤਰਾ ਪਾ ਲਿਆ, ਹੁਣ ਕੇਰਾਂ ਹੀ 100 ਚੂਹਾ ਖਾ ਕੇ ਬਿੱਲੀ ਹੱਜ ਨੂੰ ਜਾਂਦੀ ਹੈ। ਉਹ ਨਹੀਂ, ਉਹ ਮਤਲਬ ਟਾਈਮ ਹੁੰਦਾ ਕੋਈ, ਉਹ ਟਾਈਮ ਦੇ ਹਿਸਾਬ ਨਾਲ ਬੰਦੇ ਦੀ ਮੱਤ ਬਦਲ ਜਾਂਦੀ ਹੈ, ਚੰਗੇ ਤੋਂ ਮੰਦਾ ਵੀ ਹੋ ਜਾਂਦਾ, ਜਿਹੜਾ ਪਹਿਲਾਂ ਉਹ ਮੰਦਾ ਉਹ ਪਿੱਛੇ ਉਹ ਚੰਗਾ ਵੀ ਹੋ ਜਾਂਦਾ ਹੈ। ਉਹ ਜਦੋਂ ਵਿਚਾਰਾਂ ਆਉਣ ਲੱਗ ਗਈਆਂ ਉਹਦੇ ਮਨ ਦੇ ਵਿੱਚ, ਘਰ ਵਾਲੀ ਨੂੰ ਤੜਕੇ ਉਹ ਕਹਿੰਦਾ ਭਗਵਾਨ ਨੇ ਜਦੋਂ ਹੁਣ ਤੂੰ ਮੇਰੀ ਰੋਟੀ ਲੈ ਕੇ ਆਇਆ ਕਰੇਂਗੀ, ਰੋਟੀ 2 ਬੰਦਿਆਂ ਦੀ ਆਵੇ, ਇੱਕ ਬੰਦੇ ਦੀ ਰੋਟੀ ਨਾ ਆਵੇ। ਕਹਿੰਦੀ ਕੋਈ ਹੋਰ ਬੰਦਾ ਹੈ? ਕਹਿੰਦਾ ਨਹੀਂ, ਹਾਂ ਮੈਂ ਇਕੱਲਾ ਹੀ, ਪਰ ਰੋਟੀ 2 ਦੀ ਲੈ ਕੇ ਆਇਆ ਕਰ। ਮੈਂ ਉਹ ਰੋਟੀ ਇੱਕ ਬੰਦੇ ਦੀ ਜਿਹੜੀ ਵਾਧੂ ਲੈ ਕੇ ਆਵੇਂਗੀ ਉਹ ਜਾਨਵਰਾਂ ਨੂੰ ਪਾਇਆ ਕਰੂੰਗਾ, ਬਲਦਾਂ ਨੂੰ 2 ਰੋਟੀਆਂ ਚਾਰਿਆ ਕਰੂੰ, ਕੋਈ ਕੁੱਤਾ ਆ ਜੇ ਉਹਨੂੰ ਵੀ ਪਾਊਂ। ਕਹਿੰਦਾ ਆਪਾਂ ਬੜੇ ਪਿੱਛੇ ਪੁੱਠੇ ਕਰਮ ਕਰੇ ਨੇ, ਮਾੜੇ ਕਰਮ ਕਰੇ ਨੇ, ਆਪਾਂ ਉਹਨਾਂ ਤੋਂ ਹੁਣ ਰਿਹਾਈ ਹੋਣਾ ਹੈ।
ਕਹਿੰਦੀ ਕੋਈ ਗੱਲ ਨਹੀਂ, ਮੈਂ 2 ਦੀ ਲੈ ਆਇਆ ਕਰੂੰ। ਉਹ ਭਾਈ 2 ਦੀ ਰੋਟੀ ਲੈ ਜਾ ਕਰੇ ਤਾਂ ਭਾਈ ਬਲਦਾਂ ਨੂੰ ਚਾਰਿਆ ਕਰੇ 2 ਰੋਟੀਆਂ, ਕੁੱਤਿਆਂ ਨੂੰ ਵੀ ਪਾਇਆ ਕਰੇ, ਰਾਹੀ ਫਾਂਦੀ ਨੂੰ ਹਾਕ ਮਾਰ ਕੇ ਕਿਹਾ ਕਰੇ ਭਾਈ ਭੋਜਨ ਨਹੀਂ ਮਿਲਿਆ, ਖਾ ਜਾ ਭਾਈ, ਨਾਲੇ ਪਾਣੀ ਪੀ ਲੈ। ਉਹ ਪਾਣੀ ਜਿਹੜਾ ਲੈ ਕੇ ਜਾਂਦੀ ਸੀ ਤੇ ਘਰ ਵਾਲੀ ਉੱਥੇ ਉਹ ਹਾੜ ਦੇ ਮਹੀਨੇ ਪਾਣੀ ਨੂੰ ਸਾਂਭ ਕੇ ਰੱਖਦਾ, ਧਰਤੀ 'ਚ ਦੱਬ ਕੇ ਰੱਖਦਾ, ਮੱਗੀ ਨੂੰ ਹੋਰਾਂ ਨੂੰ ਵੀ ਪਿਆ ਹੁੰਦਾ ਸੀ, ਆਪ ਵੀ ਪੀਂਦਾ ਸੀਗਾ। ਅੱਛਾ, ਪਹਿਲਾਂ ਤਾਂ ਉਹ ਕਹੇ ਜਿਹੇ ਕਰਮ ਕਰਦਾ ਸੀ, ਜਦੋਂ ਉਹ ਚੰਗੇ ਇਹੋ ਜਿਹੇ ਕਰਮ ਕਰਨ ਲੱਗ ਗਿਆ, ਉਹਦੇ ਅੰਦਰ ਵਿਚਾਰਾਂ ਆਉਣੀਆਂ ਸ਼ੁਰੂ ਹੋਈਆਂ, ਤਾਂ ਉਹਨੇ ਇੱਕ ਗੱਲ ਮਨ ਦੇ ਵਿੱਚ ਕੀ ਸੋਚੀ ਵੀ ਉੱਥੇ ਕੁੱਤੀ ਜਾਂਦੀ ਆ ਸੌਰਾਂ 'ਚ ਰੋਜ਼, ਵੀ ਸ਼ਾਇਦ ਇਹ ਸੂਈ ਹੋ। ਤਾਂ ਉਹਨੇ ਗੌਰ ਕਰੀ ਤਾਂ ਉਹ ਕੁੱਤੀ ਦੇ ਕਤੂਰੇ 4, ਉਹਦੀ ਮੱਕੀ ਦੇ ਸੌਰਾਂ ਦੇ ਵਿੱਚ ਕੁੱਤੀ ਸੂਈ ਵੀ। ਕਹਿੰਦਾ ਹੈ ਰੋਹੀ ਦੇ ਵਿੱਚ ਕੁੱਤੀ ਸੂਈ ਵੀ ਹੈ। ਕਹਿੰਦਾ ਵੀ ਇਹਨੂੰ ਗੌਰ ਨਾਲ ਹੁਣ ਰੋਟੀ ਪਾਇਆ ਕਰਾਂਗੇ, ਲੱਸੀ ਪਾਇਆ ਕਰਾਂਗੇ। ਉਹ ਭਾਈ ਉਹਦੇ ਘਰ ਵਾਲੀ ਰੋਟੀ ਲੈ ਕੇ ਜਾਂਦੀ ਤੀ, ਲੱਸੀ ਲੈ ਕੇ ਜਾਂਦੀ ਤੀ ਰੋਜ਼। ਉਹ ਪਹਿਲਾਂ ਉਹਨਾਂ ਨੂੰ ਰਜਾਇਆ ਕਰੇ, ਕਤੂਰਿਆਂ ਨੂੰ ਨਾਲੇ ਕੁੱਤੀ ਨੂੰ। ਉਦੋਂ ਬਾਅਦ ਉਹਦੇ ਮਨ 'ਚ ਗੱਲ ਕੀ ਆਈ ਵੀ ਜੇਠ ਹਾੜ ਦਾ ਮਹੀਨਾ ਹੁੰਦਾ, ਜਿਹੜੇ ਰੋਹੀ ਦੇ ਜਾਨਵਰ ਨੇ ਉਹ ਪਾਣੀ ਕਿੱਥੋਂ ਪੀਂਦੇ ਨੇ, ਮੈਂ ਤਾਂ ਪਾਣੀ ਪਿੰਡੋਂ ਲੈ ਕੇ ਆਉਣਾ। ਬਈ ਜਿਹੜੇ ਰੋਹੀ ਦੇ ਜਾਨਵਰ ਨੇ ਇਹਨਾਂ ਨੂੰ ਪਾਣੀ ਦੀ ਵਿਵਸਥਾ ਕਰੀਏ। ਉਹਨੇ ਸੋਚਿਆ ਵੀ ਪਾਣੀ ਤਾਂ ਹੁਣ ਇੱਥੇ ਆਪਾਂ ਆਪਦੇ ਖੇਤ ਦੇ ਵਿੱਚ ਕੱਚੀ ਕੁਹਾਰ ਬਣਾਈਏ, ਨਾ ਜਾਨਵਰਾਂ ਨੂੰ ਪਾਣੀ ਪਿਆਇਆ ਕਰਾਂਗੇ। ਉਹਨੇ ਜਦੋਂ ਆਪਦੇ ਮਨ ਦੇ ਵਿੱਚ ਇਹ ਧਾਰਨਾ ਧਾਰ ਲਈ ਤਾਂ ਉਹ ਕਿਤੇ 2 ਘੰਟੇ ਲਾ ਦੇ, ਕਿਤੇ 3 ਘੰਟੇ ਲਾ ਦੇ, ਕਿਤੇ ਘੰਟਾ ਲਾ ਦੇ। ਖੇਤ ਦੇ ਵਿੱਚ ਉਹਨੇ ਕੁਹਾਰ ਪੱਟਣੀ ਸ਼ੁਰੂ ਕਰਤੀ। ਹੌਲੀ ਹੌਲੀ ਕਈ ਦਿਨਾਂ ਦੇ ਵਿੱਚ ਉਹਨੇ ਖੇਤ ਦੇ ਵਿੱਚ ਕੁਹਾਰ ਤਿਆਰ ਕਰ ਲਈ, ਪਾਣੀ ਕੱਢ ਲਿਆ, ਕੱਚੀ ਕੁਹਾਰ ਪੱਟ ਲਈ। ਉਹਦੇ ਤੇ ਭਾਈ ਲਿਜਾ ਕੇ ਇੱਕ ਬਾਲਟੀ ਰੱਖਤੀ, ਬਾਠੜੀਆਂ ਲੈ ਗਿਆ, ਠੀਕਰੇ ਲੈ ਗਿਆ ਆਪਦੇ ਖੇਤ ਦੇ ਵਿੱਚ, ਕਿੱਲਾ ਕਿੱਲਾ ਵਾਹੀ, ਦੂਰ ਦੂਰ ਧਰਤੇ, ਕਦੇ ਕਿਤੇ ਧਰਤਾ, ਕੋਈ ਕਿਤੇ ਧਰਤਾ, ਕੋਈ ਕਿਤੇ ਧਰਤਾ। ਰੋਜ਼ ਜਾ ਕੇ ਉਹਨਾਂ ਦੇ ਵਿੱਚ ਪਾਣੀ ਪਾਇਆ ਕਰੇ ਭਾਂਡਿਆਂ 'ਚ। ਜਦੋਂ ਖੇਤ ਜਾਇਆ ਕਰੇ ਪਹਿਲਾਂ ਰੋਜ਼ ਬਾਲਟੀਆਂ ਖਿੱਚ ਕੇ ਪਾਣੀ ਦੀਆਂ ਉਹਨਾਂ 'ਚ ਪਾਣੀ ਪਾਇਆ ਕਰੇ। ਅੱਛਾ, ਘਰੋਂ ਜਦੋਂ ਜਾਇਆ ਕਰੇ ਤਾਂ ਗਿੱਜੇ 'ਚ ਦਾਣੇ ਪਾ ਲਿਆ ਕਰੇ, ਜਿੱਥੇ ਕੀੜਿਆਂ ਦਾ ਭੌਣ ਹੋਵੇ ਉੱਥੇ ਦਾਣੇ ਖੰਡਿਆ ਦਿਆ ਕਰੇ, ਜਾਨਵਰਾਂ ਨੂੰ ਦਾਣੇ ਪਾ ਦਿਆ ਕਰੇ, ਕੁੱਤਿਆਂ ਨੂੰ ਰੋਟੀ ਪਾਇਆ ਕਰੇ। ਤੜਕੇ ਉੱਠ ਕੇ ਕਾਲ ਪੁਰਖ ਦਾ ਨਾਂ ਵੀ ਲਿਆ ਕਰੇ, ਕਿਹਾ ਕਰੇ ਹੇ ਭਗਵਾਨ, ਜਿਹੜਾ ਮੈਂ ਪਿੱਛੇ ਕਰਮ ਕਰਿਆ ਉਹ ਮੈਂ ਬੜਾ ਪਛਤਾਉਣਾ, ਮੈਥੋਂ ਬੜੇ ਮੰਦੇ ਕਰਮ ਹੋਏ ਨੇ। ਤਾਂ ਭਾਈ ਉਹਨੇ ਜਦੋਂ ਉਹ ਕੁਹਾਰ ਤਿਆਰ ਕਰ ਲਈ ਤਾਂ ਉਹ ਪਾਣੀ ਰੋਜ਼ ਉਹਨਾਂ ਬਠੜੀਆਂ 'ਚ ਪਾਇਆ ਕਰੇ। ਅਕਾਲ ਪੁਰਖ ਨੇ ਸੋਚਿਆ ਹੈ ਵੀ ਕਹੇ ਜੇ ਕਰਮ ਕਰਨ ਵਾਲਾ ਬੰਦਾ ਅੱਜ ਕਹੇ ਜੇ ਕਰਮ ਕਰਦਾ ਹੈ। ਜੇ ਚੰਗੇ ਦਾ ਚੰਗਾ ਰਿਜ਼ਲਟ ਨਾ ਦਿੱਤਾ, ਮੰਦੇ ਦਾ ਮੰਦਾ ਰਿਜ਼ਲਟ ਨਾ ਦਿੱਤਾ, ਕਹਾਂ ਵਾਸਤੇ ਨੂੰ ਇਸ ਚੀਜ਼ ਦੀ ਪਛਾਣ ਨਹੀਂ ਰਹਿਣੀ। ਬਈ ਹੁਣ ਵੀ ਆਪਾਂ ਜਿਹੜਾ ਇਹ ਕਰਮ ਕਰਦਾ ਤਾਂ ਹੁਣ ਇਹਨੂੰ ਉਹ ਚੀਜ਼ ਦਾ ਲਾਭ ਦੇਈਏ। ਤਾਂ ਇੱਕ ਦਿਨ ਉਹ ਪਾਣੀ ਪਾ ਰਿਹਾ ਸੀ ਭਾਈ ਭਾਂਡਿਆਂ ਦੇ ਵਿੱਚ ਬਾਲਟੀ ਨਾਲ। ਅਕਾਲ ਪੁਰਖ ਫਿਰ ਮਹਾਤਮਾ ਦਾ ਰੂਪ ਧਾਰ ਕੇ ਸਿੱਧਾ ਬਾਣਾ ਵੱਜਦੀ ਚੱਲ ਪਿਆ ਉਹਨੂੰ ਦੇਖ ਕੇ ਕੋਲ ਨੂੰ। ਉਹਦੀ ਵੀ ਨਿਗਾਹ ਪਿਆ ਵੀ ਕੋਈ ਮਹਾਂਪੁਰਸ਼ ਆਉਂਦਾ ਹੈ। ਉਹ ਬਾਲਟੀ ਖਿੱਚ ਕੇ ਖੜ ਗਿਆ। ਜਦੋਂ ਕੋਲੇ ਆ ਕੇ ਉਹਨੂੰ ਨਿਮਸਕਾਰ ਬੁਲਾਈ, ਨਿਮਸਕਾਰ ਬੁਲਾ ਕੇ ਚਰਨੀ ਹੱਥ ਲਾਏ, ਲਾ ਕੇ ਕਹਿਣ ਲੱਗਾ ਬਾਬਾ ਜੀ ਪਾਣੀ ਪੀਣ ਆਇਆ ਹੋ? ਕਹਿੰਦਾ ਹਾਂ ਭਾਈ ਪਾਣੀ ਪੀਣ ਆਇਆ। ਉਹ ਖੁਦ ਅਕਾਲ ਪੁਰਖ ਸੀਗਾ, ਉਹਦੀ ਪ੍ਰਤਿੱਗਿਆ ਲੈਣ ਆਇਆ ਸੀ ਉਹ ਤਾਂ। ਉਹਨੇ ਆਖਿਆ ਵੀ ਕੋਈ ਆਮ ਰਾਮਤਾ ਸਾਧ ਹੈ। ਉਹਨੂੰ ਭਾਈ ਕਹਿੰਦਾ ਮਹਾਰਾਜ ਪਾਣੀ ਪੀਓ, ਪਾਣੀ ਪਿਆਤਾ। ਪਾਣੀ ਪੀ ਕੇ ਉਹ ਮਹਾਂਪੁਰਸ਼ ਕਹਿਣ ਲੱਗਿਆ, ਉਹਦੀ ਪ੍ਰਤਿੱਗਿਆ ਲੈਣ ਲੱਗਿਆ, ਕਹਿੰਦਾ ਭਾਈ ਇੱਥੇ ਦਾ ਕਹਿੰਦਾ ਕੋਈ ਬੇਲ ਬੂਟਾ ਨਹੀਂ ਹੈਗਾ, ਇਹ ਤੂੰ ਪਾਣੀ ਕਾਹਜ ਪਾਉਣਾ ਹੈ? ਕਹਿੰਦਾ ਬਾਬਾ ਜੀ ਮੈਂ ਪਾਣੀ ਬੇਲ ਬੂਟੇ 'ਚ ਨਹੀਂ ਪਾਉਂਦਾ, ਮੇਰੇ ਕਈ ਥਾਵੇਂ ਭਾਂਡੇ ਧਰੇ ਵੇ ਨੇ, ਉਹ 8 ਪਹਿਰ ਜਾਨਵਰ ਰੋਹੀ ਦੇ ਪਾਣੀ ਪੀਂਦੇ ਨੇ, ਉੱਥੇ ਮੈਂ ਪਾਣੀ ਪਾਉਣਾ ਰੋਜ਼। ਕਹਿੰਦਾ ਵਾਹ ਭਾਈ ਕਰਮ ਤਾਂ ਤੂੰ ਬੜਾ ਚੰਗਾ ਕਰਦਾ ਹੈ। ਕਹਿੰਦਾ ਬਾਬਾ ਜੀ ਕਾਹਦੀ ਗੱਲ ਦੱਸਾਂ ਤੈਨੂੰ, ਜਿਹੜੇ ਮੈਂ ਪਿੱਛੇ ਕਰਮ ਕਰੇ ਨੇ ਬੜੇ ਮੰਦੇ ਕਰੇ ਨੇ। ਕੀ ਹੋ ਗਿਆ ਜੇ ਮੈਂ ਕੁਛ ਚਿਰ ਦਾ ਹੁਣ ਕਰਨ ਲੱਗਿਆ, ਪਰ ਮੈਥੋਂ ਪਿੱਛੇ ਬੜੇ ਬੁਰੇ ਕਰਮ ਹੋਏ ਵੇ ਨੇ। ਕਹਿੰਦਾ ਵਾਹ ਭਾਈ ਤੂੰ ਜਮਾ ਨਾ ਘਬਰਾ, ਅਗਰ ਜਿੰਨੀ ਤੇਰੀ ਆਰਜਾ ਰਹਿੰਦੀ ਹੈ, ਜੇ ਤੂੰ ਇਹੋ ਜਿਹੇ ਕਰਮ ਕਰਦਾ ਰਿਹਾ ਨਾ ਜਿਹੜੇ ਤੇਰੇ ਪਿੱਛੇ ਕਰਮ ਕਰੇ ਵੇ ਨੇ, ਉਹ ਸਭ ਖੰਡੇ ਜਾਣਗੇ। ਐਂ ਗੱਲਾਂ ਕਰਦੇ ਕਰਦੇ ਨੇ ਘਰ ਵਾਲੀ ਭਾਈ ਰੋਟੀ ਲੈ ਕੇ ਚੱਲ ਪਈ। ਉਹ ਜਦੋਂ ਰੋਟੀ ਲੈ ਕੇ ਚੱਲੀ ਤਾਂ ਉਹਨੂੰ ਦੂਰੋਂ ਦਿਸ ਗਈ। ਕਹਿੰਦਾ ਬਾਬਾ ਜੀ ਹੁਣ 2 ਪ੍ਰਸਾਦੇ ਵੀ ਛੱਕ ਕੇ ਜਾਇਓ, ਮੇਰੇ ਘਰ ਵਾਲੀ ਰੋਟੀ ਲਈ ਆਉਂਦੀ ਹੈ। ਉਹ ਕਹਿੰਦਾ ਨਾ ਨਾ ਭਾਈ, ਜੇ ਮੈਂ ਰੋਟੀ ਖਾ ਲਈ ਕਹਿੰਦਾ ਮੈਂ ਤਾਂ ਪਾਪਾਂ ਦਾ ਅਧਿਕਾਰੀ ਹੋ ਜੂ। ਉਹ ਕਹਿੰਦਾ ਬਾਬਾ ਜੀ ਤੁਸੀਂ ਰੋਟੀ ਛੱਕ ਕੇ ਕਿਉਂ ਪਾਪਾਂ ਦੇ ਅਧਿਕਾਰੀ ਹੋ ਜਾਓਗੇ? ਕਹਿੰਦਾ ਭਾਈ ਤੈਂ ਇਕੱਲੇ ਨੇ ਹਲ ਵਾਹੁਣਾ ਹੈ, ਇਕੱਲੇ ਦੀ ਤੇਰੀ ਰੋਟੀ ਆਉਂਦੀ ਹੈ, ਉਹ ਜੋ ਮੈਂ ਰੋਟੀ ਖਾ ਲਈ ਤੂੰ ਭੁੱਖਾ ਹਲ ਵਾਹੇਗਾ, ਉਹ ਚੀਜ਼ ਦਾ ਫਿਰ ਮੈਂ ਬੜਾ ਦੋਸ਼ੀ ਹੋ ਜੂ। ਕਹਿੰਦਾ ਨਹੀਂ ਮਹਾਰਾਜ ਮੇਰਾ ਕਿਹਾ ਵਿਆ 2 ਬੰਦਿਆਂ ਦੀ ਰੋਟੀ ਆਉਂਦੀ ਹੈ। ਕਹਿੰਦਾ ਫਿਰ ਭਾਈ ਛੱਕ ਲਾਂਗੇ। ਆ ਗਈ ਉਹ ਵੀ ਕੋਲੇ। ਜਦੋਂ ਭਾਈ ਉਹਦੇ ਘਰ ਵਾਲੀ ਆ ਗਈ, ਦੇਖ ਕੇ ਉਹਦਾ ਭੇਸ ਭਗਮਾ ਚੋਲਾ ਪਾਇਆ ਵਿਆ, ਖੜਾਮਾਂ ਪਾਈਆਂ ਵਿਆਂ ਮਹਾਂਪੁਰਸ਼ ਦੇ, ਉਹਦਾ ਭੇਸ ਦੇਖ ਕੇ ਉਹਨੇ ਵੀ ਨਿਮਸਕਾਰ ਬੁਲਾਈ, ਚਰਨੀ ਹੱਥ ਲਾਏ, ਰੋਟੀ ਛਕਾਈ। ਦੋਨਾਂ ਨੇ ਜਦੋਂ ਰੋਟੀ ਛਕ ਲਈ ਤਾਂ ਉਹ ਮਹਾਂਪੁਰਸ਼ ਫਿਰ ਉਹਦੀ ਪ੍ਰਤਿੱਗਿਆ ਲੈਣ ਦਾ ਮਾਰਾ ਕਹਿੰਦਾ ਭਾਈ ਬੀਬੀ ਜੇ ਇਹ 1 ਵਜੇ ਜਾਂਦਾ ਹਲ ਲੈ ਕੇ ਪਿੰਡ ਤਾਂ ਇਹ 12 ਵਜੇ ਵਗ ਜਾ ਕਰੇ, ਜੇ 12 ਵਜੇ ਮੁੜਦਾ ਤਾਂ ਇਹ 11 ਵਜੇ ਵਗ ਜਾ ਕਰੇ, ਘੰਟਾ ਇਹੀ ਪਹਿਲਾਂ ਵਗ ਜਾ ਕਰੇ। ਤੂੰ ਨਿੱਕੇ ਨਿੱਕੇ ਜਵਾਕ ਛੱਡ ਕੇ ਰੋਟੀ ਲੈ ਕੇ ਕਿਉਂ ਖੇਤ ਆਉਣੀ ਹੈ? ਕਹਿੰਦੀ ਮਹਾਰਾਜ ਜੀ ਸਾਡੇ ਦਾ ਕੋਈ ਬੱਚਾ ਹੈ ਹੀ ਨਹੀਂ। ਕਹਿੰਦਾ ਭਾਈ ਬੱਚਾ ਹੈ ਹੀ ਨਹੀਂ? ਕਹਿੰਦੀ ਨਾ ਜੀ। ਕਹਿੰਦਾ ਕਰਮ ਤਾਂ ਤੁਸੀਂ ਬੜਾ ਅੱਛਾ ਕਰਦੇ ਹੋ। ਕਹਿੰਦਾ ਭਾਈ ਬੱਚੇ ਤੋਂ ਲਾਵਾ ਤੁਸੀਂ ਰਹਿ ਨਹੀਂ ਸਕਦੇ, ਲਾਦ ਤੁਹਾਡੇ ਹੋਣੀ ਜ਼ਰੂਰੀ ਸੀ। ਉਹ ਅਕਾਲ ਪੁਰਖ ਹੈ, ਉਹ ਤਾਂ ਉਹਨਾਂ ਦੀ ਪ੍ਰਤਿੱਗਿਆ ਲੈ ਰਿਹਾ ਵੀ ਕੀ ਬੋਲਦੇ ਨੇ। ਕਹਿੰਦੀ ਜੀ ਬੱਚਾ ਸਾਡੇ ਹੈ ਹੀ ਨਹੀਂ। ਉਹ ਕਹਿੰਦਾ ਭਾਈ ਬੀਬੀ ਚਾਹੇ ਤੁਸੀਂ ਕਿਹਾ ਜਿਹੀ ਕਰਮ ਕਰਿਆ, ਮੈਂ ਤੁਹਾਨੂੰ ਇੱਕ ਗੱਲ ਕਹਿਣਾ ਵੀ ਤੁਹਾਡੇ ਆਉਂਦੇ ਸਾਲ ਨੂੰ ਇਸ ਤਰੀਕ ਨੂੰ ਤੁਹਾਡੇ ਲੜਕਾ ਪੈਦਾ ਹੋਊਗਾ ਤੇਰੇ। ਆਖੇ ਜੀ ਅੱਛਾ। ਕਹਿੰਦਾ ਉਹਦਾ ਨਾਂ ਨਾ ਧਰਿਓ ਤੁਸੀਂ, ਨਾਂ ਉਹਦਾ ਮੈਂ ਧਰੂ।
ਕਹਿੰਦੇ ਬਾਬਾ ਜੀ ਮਹਾਂਪੁਰਸ਼ਾਂ ਦਾ ਕੀ ਹੁੰਦਾ ਰਮਤਾ ਕਿਧਰੇ ਨੂੰ ਤੁਸੀਂ ਤੁਰ ਗਏ ਮੁੜ ਕੇ ਨਾ ਆਵੋ ਬੱਚੇ ਨੇ ਜੇ ਜਨਮ ਲੈ ਲਿਆ ਫਿਰ ਨਾ ਧਰੂਗਾ ਕੌਣ ਕਹਿੰਦਾ ਨਾ ਭਾਈ ਮੈਂ ਧਰੂ ਕਹਿੰਦੇ ਬਾਬਾ ਜੀ ਫਿਰ ਤੂੰ ਮੁੜ ਕੇ ਜੇ ਇੱਥੇ ਸਾਨੂੰ ਨਾ ਮਿਲਿਆ ਕਹਿੰਦਾ ਇਹ ਮੇਰੀ ਤੇ ਤੁਹਾਡੀ ਕਹਿੰਦਾ ਵਾਅਦਾ ਹੋ ਚੁੱਕਿਆ ਜਦੋਂ ਬੱਚੇ ਨੇ ਜਨਮ ਲੈ ਲਿਆ ਨਾ ਆਹ ਤੁਹਾਡੀ ਕੁਹਾਰ ਹੈ ਇੱਥੇ ਮੈਂ ਬੈਠਾ ਹੂੰ ਮੈਨੂੰ ਇੱਥੇ ਆ ਕੇ ਦੱਸਿਓ ਨਾ ਮੈਂ ਧਰੂ ਬੱਚੇ ਦਾ ਕਹਿੰਦੇ ਜੀ ਠੀਕ ਹੈ ਬਹੁਤ ਵਧੀਆ ਗੱਲ ਹੈ ਫਿਰ ਜੇ ਤੁਸੀਂ ਇੱਥੇ ਹੀ ਮਿਲੋਗੇ ਨਾ ਇੱਥੇ ਤਾਂ ਦੱਸ ਦਿਆਂਗੇ ਕਹਿੰਦਾ ਮੈਨੂੰ ਭਾਲਣ ਦੀ ਲੋੜ ਨਹੀਂ ਮੈਂ ਇੱਥੇ ਹੀ ਹੋਊਂਗਾ ਕਹਿੰਦੇ ਜੀ ਠੀਕ ਹੈ ਹੁਣ ਤੁਸੀਂ ਐਂ ਕਰੋ ਕਹਿੰਦਾ ਇੱਕ ਬਾਲਟੀ ਪਾਣੀ ਦੀ ਹੋਰ ਖਿੱਚੋ ਮੈਂ ਪੀ ਕੇ ਜਾਵਾਂ ਭਾਈ ਕਹਿੰਦਾ ਫਿਰ ਇੰਨੇ ਧੁੱਪ ਹੋ ਰਹੀ ਹੈ ਕਿਉਂ ਜੇਠ ਹਾੜ ਦਾ ਮਹੀਨਾ ਸੀਗਾ ਉਹ ਜਦੋਂ ਪਾਣੀ ਕੱਢਣ ਲੱਗਿਆ ਉਧਰ ਉਹਨਾਂ ਦਾ ਦੋਨਾਂ ਦਾ ਉਧਰ ਖਿਆਲ ਹੋਇਆ ਤਾਂ ਅਕਾਲ ਪੁਰਖ ਉਹ ਲੋਪ ਹੋ ਗਿਆ ਜਦੋਂ ਦੇਖਿਆ ਐ ਮਗਰ ਵੀ ਸੰਤ ਕਿੱਧਰ ਗਏ ਉਹਦੇ ਘਰ ਵਾਲੀ ਕਹਿੰਦੀ ਮਹਾਰਾਜ ਮਹਾਂਪੁਰਸ਼ਾਂ ਦਾ ਕੀ ਹੁੰਦਾ ਝਾੜ ਮਲਾ ਖੜਾ ਕਿਤੇ ਮਨ ਤੇ ਆਏ ਤੁਰ ਗਏ ਕਹਿੰਦਾ ਵਚਨ ਤਾਂ ਬੜਾ ਅੱਛਾ ਕਰਕੇ ਗਏ ਨੇ ਦੇਖੋ ਚਲੋ ਜੀ ਇੰਨੀ ਗੱਲ ਕਰਕੇ ਉਹਨੇ ਆਪਦਾ ਹਲ ਹੱਕ ਲਿਆ ਉਹ ਆਪਦੇ ਘਰੇ ਆ ਗਈ ਲੰਘ ਗਿਆ ਕੁਛ ਟਾਈਮ ਅਕਾਲ ਪੁਰਖ ਦੀ ਐਸੀ ਕਿਰਪਾ ਹੋਈ ਫਿਰ ਬੱਚੇ ਦੀ ਉਮੀਦਵਾਰੀ ਹੋ ਗਈ ਕੁਛ ਟਾਈਮ ਬਾਅਦ ਕਹਿੰਦੇ ਆਹ ਬਈ ਸੰਤ ਬੜੇ ਸੇ ਇਹਦਾ ਮਾਲਕ ਦੀ ਕਿਰਪਾ ਹੋ ਗਈ ਚਾਹੇ ਲੜਕਾ ਹੋਵੇ ਚਾਹੇ ਲੜਕੀ ਹੋਵੇ ਲਾਤਾ ਹੋਈ ਆਪਣੇ ਹੌਲੀ ਹੌਲੀ ਜੀ ਉਹੀ ਤਰੀਕ ਉਹ ਸਾਲ ਦੀ ਜਿਹੜੀ ਕਹੀ ਤੀ ਉਹ ਤਰੀਕ ਆ ਗਈ ਰਾਤ ਨੂੰ ਲੜਕੇ ਨੇ ਜਨਮ ਲਿਆ ਜਦੋਂ ਲੜਕੇ ਨੇ ਜਨਮ ਲੈ ਲਿਆ ਉਹਨੂੰ ਲੱਗਿਆ ਪਤਾ ਤੜਕਿਓਂ ਉਹਦੇ ਮਨ 'ਚ ਸੀਗੀ ਗੱਲ ਤਾਂ ਭੱਜ ਲਿਆ ਉਹ ਕੁਹਾਰ ਤੇ ਨੂੰ ਜਦੋਂ ਆਪਦੇ ਖੇਤ ਗਿਆ ਉਸ ਕੁਹਾਰ ਤੇ ਉਹੀ ਸੰਤ ਦੁਪੱਟਾ ਵਸਾਈ ਚੌਂਕੜੀ ਮਾਰੀ ਉਹ ਕੁਹਾਰ ਤੇ ਬੈਠਿਆ ਆਹ ਕਹਿੰਦਾ ਸੰਤ ਬੜੇ ਕਹਿੰਦਾ ਬਈ ਵਾਅਦੇ ਦੇ ਪੱਕੇ ਐ ਜਾ ਕੇ ਨਿਮਸਕਾਰ ਬੁਲਾਈ ਚਰਨੀ ਹੱਥ ਲਾਏ ਉਹ ਸੰਤ ਬੋਲਦਾ ਕਹਿੰਦਾ ਆਓ ਭਾਈ ਦੱਸੋ ਕਹਿੰਦਾ ਜੀ ਰਾਤ ਕਹਿੰਦਾ ਇੰਨੇ ਵੱਜ ਕੇ ਇੰਨੇ ਮਿੰਟ ਤੇ ਲੜਕੇ ਨੇ ਜਨਮ ਲਿਆ ਤੁਸੀਂ ਕਿਹਾ ਸੀ ਦੱਸਣ ਲਈ ਮੈਂ ਆ ਗਿਆ ਹੁਣ ਉਹਦਾ ਨਾਂ ਧਰਨਾ ਤੁਸੀਂ ਕਹਿੰਦਾ ਭਾਈ ਨਾਂ ਧਰਾਂਗੇ ਹੁਣ ਪਹਿਲਾਂ ਮੈਨੂੰ ਐਂ ਦੱਸ ਵੀ ਜਿਹੜੀ ਮੈਂ ਤੈਨੂੰ ਗੱਲ ਕਹੂੰ ਮੰਨੇਗਾ ਕਹਿੰਦਾ ਜੀ 7 ਵਚਨ ਮੰਨੂਗਾ ਘਬਰਾਉਂਦਾ ਤਾਂ ਨਹੀਂ ਕਹਿੰਦਾ ਜੀ 7 ਵਚਨ ਮੈਂ ਨਹੀਂ ਘਬਰਾਉਂਦਾ ਜੋ ਮੈਂ ਕਹੂੰਗਾ ਕਰੇਗਾ ਕਹਿੰਦਾ ਹਾਂ ਜੀ ਕਰੂੰਗਾ ਉਹ ਤਾਂ ਜਦੋਂ 3 ਗੇਰਾਂ ਕੁਹਾ ਲਿਆ ਨਾ ਉਹਨੂੰ ਕਹਿੰਦਾ ਲੈ ਫਿਰ ਤੂੰ ਹੁਣ ਐਂ ਕਰ ਉਹ ਜਿਹੜਾ ਬੱਚਾ ਤੇਰੇ ਜਨਮਿਆ ਨਾ ਘਰੇ ਕਹਿੰਦਾ ਉਸ ਬੱਚੇ ਦੇ ਉੱਤੋਂ ਦੀ ਜਿਹੜਾ ਟਾਈਮ ਲੰਘ ਰਿਹਾ ਉਹ ਤੈਨੂੰ ਬਹੁਤ ਘਾਟੇ ਦਾ ਬਣ ਜਾਏ ਉਹਨੂੰ ਜਿੰਨਾ ਵੀ ਛੇਤੀ ਜਾ ਕੇ ਖਤਮ ਕਰ ਦੇਗਾ ਬੱਚੇ ਨੂੰ ਤੈਨੂੰ ਉਹਦੇ ਵਿੱਚ ਬੜਾ ਲਾਭ ਹੈ ਕਹਿੰਦਾ ਹੱਥ ਬੰਨ੍ਹ ਕੇ ਕਹਿਣ ਲੱਗਿਆ ਮਹਾਰਾਜ ਦੱਸੋ ਤੁਹਾਡੀ ਕਿਰਪਾ ਹੋਣੀ ਚਾਹੀਦੀ ਮੈਨੂੰ ਤਾਂ ਪਤਾ ਨਹੀਂ ਇਹ ਕੀ ਗੱਲ ਹੈ ਤੁਸੀਂ ਜਿਵੇਂ ਕਿਹਾ ਸੀ ਮੈਂ ਤਾਂ ਉਕਣ ਕਰੀ ਗਿਆ ਕਹਿੰਦਾ ਟੋਆ ਪੱਟ ਕੇ ਨਾ ਘਰੇ ਚੜ੍ਹਦੇ ਬੰਨੀ ਪਾਸੇ ਤੇਰਾ ਜਿਹੜਾ ਖੂੰਜਾ ਹੈ ਉਹਨੂੰ ਕੱਪੜੇ 'ਚ ਬਲੇਟ ਕੇ ਬੱਚੇ ਨੂੰ ਫਟਾਫਟ ਦੱਬ ਦੇ ਚਿਰ ਨਾ ਲਾ ਮੁੜ ਕੇ ਆ ਜਾ ਮੇਰੇ ਕੋਲੇ ਗਾਹਾਂ ਵਾਲੀ ਗੱਲ ਫੇਰ ਦੱਸੂਗਾ ਕਹਿੰਦਾ ਜੀ ਚੰਗਾ ਸੰਤ ਉੱਥੇ ਬੈਠੇ ਆ ਤੇ ਘਰ ਨੂੰ ਭੱਜ ਲਿਆ ਘਰੇ ਆਇਆ ਕਹੀ ਚੱਕੀ ਚੜ੍ਹਦੇ ਬੰਨੀ ਭਾਈ ਟੋਆ ਪੱਟਿਆ ਉਹ ਬੱਚਾ ਚੱਕਿਆ ਟੋਏ ਦੇ ਵਿੱਚ ਦੱਬਤਾ ਜਦੋਂ ਟੋਏ 'ਚ ਦੱਬਤਾ ਫੇਰ ਮੁੜ ਗਿਆ ਉਹ ਸੰਤ ਕਹਿੰਦੇ ਦੱਬਿਆ ਆ ਭਾਈ ਕਹਿੰਦਾ ਹਾਂ ਜੀ ਕਹਿੰਦਾ ਬਹੁਤ ਵਧੀਆ ਕਰਿਆ ਭਾਈ ਇਹ ਤੇਰੇ ਲਈ ਮੈਂ ਬਹੁਤ ਭਲਾ ਕਰ ਰਿਹਾ ਹੁਣ ਦੱਸੋ ਜੀ ਫਿਰ ਗਾਹਾਂ ਵਾਲੀ ਗੱਲ ਕਹਿੰਦਾ ਗਾਹਾਂ ਵਾਲੀ ਗੱਲ ਇਹ ਹੈ ਭਾਈ ਆਉਂਦੇ ਸਾਲ ਨੂੰ ਇਸ ਤਰੀਕ ਨੂੰ ਦੂਸਰੇ ਲੜਕੇ ਨੇ ਜਨਮ ਲੈਣਾ ਗਾਹਾਂ ਵਾਲੀ ਗੱਲ ਮੈਂ ਫੇਰ ਦੱਸੂ ਕਹਿੰਦਾ ਜੀ ਚੰਗਾ ਮਹਾਰਾਜ ਇਹਨੇ ਕਹਿ ਕੇ ਉਹ ਸੰਤ ਲੋਪ ਹੋ ਗਏ ਸਾਲ ਫੇਰ ਲੰਘ ਗਿਆ ਜਦੋਂ ਸਾਲ ਫੇਰ ਲੰਘ ਗਿਆ ਤਾਂ ਭਾਈ ਐਸੀ ਮਾਲਕ ਦੀ ਕਿਰਪਾ ਹੋਈ ਕਿਉਂ ਖੁਦ ਅਕਾਲ ਪੁਰਖ ਸੀ ਆਪ ਤਾਂ ਭਾਈ ਦੂਸਰੇ ਬੱਚੇ ਦਾ ਫਿਰ ਸਾਲ ਬਾਅਦ ਉਸ ਤਰੀਕ ਨੂੰ ਜਿਹੜੀ ਨੂੰ ਕਿਹਾ ਸੀ ਦੂਸਰੇ ਲੜਕੇ ਨੇ ਜਨਮ ਲੈ ਲਿਆ ਜਦੋਂ ਤੜਕੇ ਲੱਗਿਆ ਪਤਾ ਉਹਨੂੰ ਤਾਂ ਉਹ ਵੀ ਫਿਰ ਉਹ ਕੁਹਾਰਤ ਨੂੰ ਭੱਜ ਲਿਆ ਫਿਰ ਗਿਆ ਉੱਥੇ ਦੂਸਰੀ ਵਾਰ ਉਹੀ ਸੰਤ ਫਿਰ ਉੱਥੇ ਹੀ ਫਿਰ ਮਿਲੇ ਜਾ ਕੇ ਚਰਨੀ ਹੱਥ ਲਾ ਕੇ ਨਿਮਸਕਾਰ ਬੁਲਾ ਕੇ ਬਹਿ ਗਿਆ ਕਹਿੰਦਾ ਹਾਂ ਭਾਈ ਦੱਸੋ ਕਹਿੰਦਾ ਜੀ ਦੂਸਰੇ ਲੜਕੇ ਨੇ ਜਨਮ ਲਿਆ ਰਾਤ ਇੰਨੇ ਵੱਜ ਕੇ ਇੰਨੇ ਮਿੰਟ ਦੇ ਤੁਸੀਂ ਨਾਂ ਧਰੋ ਹੁਣ ਉਹਦਾ ਕਹਿੰਦਾ ਭਾਈ ਧਰਾਂਗੇ ਕਹਿੰਦਾ ਮੇਰੇ ਬਚਨਾਂ ਤੇ ਪੱਕਾ ਹੈ ਭਾਈ ਕਹਿੰਦਾ ਜੀ ਬਿਲਕੁਲ ਜੋ ਕਰੋਗੇ ਤਾਂ ਤੁਹਾਨੂੰ ਪਤਾ ਤੁਸੀਂ ਕਰਾ ਰਹੇ ਹੋ ਜਿਹੜਾ ਕੁਛ ਕਰਾ ਰਹੇ ਹੋ ਮੈਨੂੰ ਤਾਂ ਉਹਦੇ ਬਾਰੇ ਪਤਾ ਨਹੀਂ ਕਹਿੰਦਾ ਫਿਰ ਤੇਰੇ ਲਈ ਮੈਂ ਬੜਾ ਭਲਾ ਕਰ ਰਿਹਾ ਭਾਈ ਮੈਂ ਮਾੜਾ ਨਹੀਂ ਕਰ ਰਿਹਾ ਇਹਦਾ ਤੈਨੂੰ ਰਿਜ਼ਲਟ ਮਿਲੂਗਾ ਬਾਅਦ 'ਚ ਹਾਂ ਜੀ ਦੱਸੋ ਕਹਿੰਦਾ ਫਿਰ ਇਹਨੂੰ ਸਿਪਦੀ ਬਣੀ ਦੱਬਦੇ ਬਸ ਕਹਿੰਦਾ ਚਿਰ ਨਾ ਲਾ ਫਟਾਫਟ ਦੱਬ ਕੇ ਸਿਪਦੀ ਬਣੀ ਆ ਜਾ ਮੇਰੇ ਕੋਲੇ ਗਾਹਾਂ ਦੀ ਗੱਲ ਫੇਰ ਦੱਸੂਗਾ ਫੇਰ ਭੱਜ ਲਿਆ ਉੱਥੋਂ ਆਇਆ ਤਾਂ ਇੱਕ ਪਹਿਲਾਂ ਦੱਬਿਆ ਵੇ ਚੜ੍ਹਦੀ ਬਣੀ ਇੱਕ ਸਿਪਦੀ ਬਣੀ ਦੱਬਤਾ ਸਿੱਟ ਕੇ ਕਹੀ ਫੇਰ ਭੱਜ ਗਿਆ ਹਾਂ ਮਹਾਰਾਜ ਜੀ ਦੱਬਿਆ ਆ ਕਹਿੰਦਾ ਭਾਈ ਬਹੁਤ ਵਧੀਆ ਕਰਿਆ ਤੈਂ ਹੁਣ ਆਉਂਦੇ ਸਾਲ ਨੂੰ ਤੀਸਰੇ ਲੜਕੇ ਨੇ ਜਨਮ ਲੈਣਾ ਤੇਰੇ 7 ਵਚਨ ਮਹਾਰਾਜ ਇੰਨੀ ਗੱਲ ਕਹਿ ਕੇ ਉਹ ਮਹਾਂਪੁਰਸ਼ ਲੋਪ ਹੋ ਗਏ ਤਾਂ ਤੀਸਰਾ ਸਾਲ ਪੂਰਾ ਹੋਏ ਤੋਂ ਤੀਸਰੇ ਲੜਕੇ ਨੇ ਜਨਮ ਲੈ ਲਿਆ ਜਦੋਂ ਤੀਸਰੇ ਲੜਕੇ ਨੇ ਜਨਮ ਲੈ ਲਿਆ ਤਾਂ ਫੇਰ ਗਿਆ ਤੀਸਰੀ ਵਾਰ ਉਹੀ ਸੰਤ ਫੇਰ ਮਿਲੇ ਉੱਥੇ ਜਦੋਂ ਮਿਲੇ ਜਾ ਕੇ ਨਿਮਸਕਾਰ ਬੁਲਾ ਕੇ ਚਰਨੀ ਹੱਥ ਲਾ ਕੇ ਬੈਠ ਗਿਆ ਹਾਂ ਭਾਈ ਦੱਸੋ ਕਹਿੰਦਾ ਜੀ ਤੀਸਰੇ ਬੱਚੇ ਨੇ ਜਨਮ ਲਿਆ ਰਾਤ ਇੰਨੇ ਵੱਜ ਕੇ ਇੰਨੇ ਮਿੰਟ ਤੇ ਹਾਂ ਠੀਕ ਹੈ ਭਾਈ ਕਹਿੰਦਾ ਫਿਰ ਮੇਰੇ ਬਚਨਾਂ 'ਤੇ ਪੱਕਾ ਹੈ ਕਹਿੰਦਾ ਜੀ ਪੱਕਾ ਕਹਿੰਦਾ ਐਂ ਕਰ ਭਾਈ ਉਹ ਬੱਚੇ ਨੂੰ ਕਹਿੰਦਾ ਨਿੱਘਾ ਪਾਣੀ ਕਰਕੇ ਨਮਾ ਕੇ ਕਹਿੰਦਾ ਉਹ ਬੱਚੇ ਨੂੰ ਕੱਪੜੇ 'ਚ ਬਲੇਟ ਕੇ ਮੰਜੇ ਦੇ ਪਾ ਦੇ ਇਕੱਲੇ ਨੂੰ ਅਕੇ ਜੀ ਅੱਛਾ ਘਰੇ ਨਾ ਕੋਈ ਹੋਵੇ ਬਾਹਰੋਂ ਕੁੰਡਾ ਲਾ ਦਿਓ ਤੂੰ ਘਰ ਵਾਲੀ ਦਾ ਫੜ ਕੇ ਮੋਢਾ ਬਾਹਰਲਾ ਜਿਹੜਾ ਬੀਹੀ ਵਾਲਾ ਬਾਹਰ ਆ ਉੱਥੇ ਜਿੰਦਾ ਲਾ ਦਿਓ ਜਿੰਦਾ ਲਾ ਕੇ ਦੁੰਨੇ ਜਾਣੇ ਦੇਹਲੀਆਂ 'ਚ ਖੜ ਦਿਓ ਤੁਸੀਂ ਬੀਹੀ ਵਾਲੇ ਬਾਹਰ 'ਚ ਅਕੇ ਜੀ ਅੱਛਾ ਉੱਥੇ ਖੜ ਦਿਓ ਘਰੇ ਤੁਹਾਡਾ ਕੋਈ ਹੋਵੇ ਨਾ ਜਿੰਦਾ ਲਾ ਕੇ ਦੇਹਲੀਆਂ 'ਚ ਖੜ ਦਿਓ ਤੁਹਾਨੂੰ ਸਾਰਾ ਪਤਾ ਲੱਗ ਜੂ ਵੀ ਉਹ ਕਿਉਂ ਦੱਬੇ ਨੇ ਆਹ ਕਿਉਂ ਮੰਜੇ ਤੇ ਪਾਇਆ ਵਿਆ ਕਿਹਾ ਜਾ ਆਪਾਂ ਕਰਮ ਕਰਿਆ ਇਹ ਕੀ ਗੱਲ ਆਪਾਂ ਨੂੰ ਭੁਗਤਣਾ ਪਿਆ ਕਿਉਂ ਭੁਗਤਣਾ ਪਿਆ ਤੁਹਾਨੂੰ ਸਾਰਾ ਚਾਨਣ ਹੋ ਜੂ ਮੈਨੂੰ ਦੱਸਣ ਦੀ ਲੋੜ ਨਹੀਂ ਪੈਣੀ
ਜਾ ਕਹਿੰਦਾ ਆਹ ਕੰਮ ਕਰ, ਮੈਂ ਇੱਥੇ ਹੀ ਬੈਠਾ, ਅਗਰ ਜੇ ਤੈਨੂੰ ਨਾ ਗੱਲ ਕੋਈ ਸਮਝ 'ਚ ਆਈ ਮੈਂ ਦੱਸ ਕੇ ਜਾਊਂਗਾ, ਪਰ ਮੈਨੂੰ ਦੱਸਣ ਦੀ ਲੋੜ ਨਹੀਂ, ਤੈਨੂੰ ਸਾਰਾ ਹੀ ਰਿਜ਼ਲਟ ਮਿਲ ਜੂ, ਤੇਰੇ ਸਾਹਮਣੇ ਆ ਜੂ ਗੱਲ, ਜਾ ਕਹਿੰਦਾ ਇਹ ਕੰਮ ਕਰ। ਕਹਿੰਦਾ ਲਓ ਜੀ ਮੁੜ ਪਿਆ। ਉਹ ਜਦੋਂ ਆਉਣ ਲੱਗਿਆ ਪਿੰਡ ਨੂੰ ਤਾਂ ਜਿਹੜੇ ਉਹਦੇ ਪੜੋਸੀ ਤੇ ਗਵਾਂਢੀ ਤੇ ਉਹ ਕਹਿੰਦੇ ਆਪਣਾ ਜਿਹੜਾ ਫਲਾਨਾ ਗਵਾਂਢੀ ਆ ਬੜਾ ਪਾਪੀ ਆ ਜਾ ਰਹੇ, ਜਦੋਂ ਬੱਚਾ ਜਨਮਦਾ ਇਹ ਟੋਏ 'ਚ ਦੱਬ ਦਿੰਦਾ, ਜਦੋਂ ਬੱਚਾ ਜਨਮ ਲੈਂਦਾ ਟੋਏ 'ਚ ਦੱਬ ਦਿੰਦਾ, ਇਹ ਪਾਪ ਤਾਂ ਆਪਾਂ ਨੂੰ ਗਵਾਂਢੀਆਂ ਨੂੰ ਵੀ ਮਾਰ ਜੂ ਬਈ। ਕਹਿੰਦੇ ਜਿਹੜਾ ਰਾਤ ਬੱਚਾ ਹੋਇਆ ਹੁਣ ਇੱਧਰ ਨੂੰ ਗਿਆ ਵੇ ਆ ਕੇ ਉਹਨੇ ਦੱਬ ਦੇਣਾ, ਆਪਾਂ ਨੂੰ ਰੋਕੋ। ਕਹਿੰਦੇ ਵੀ ਹਾਂ। ਉਹ ਇਕੱਠੇ ਹੋ ਗਏ, ਉਹ ਫਿਰਨੀ ਤੇ ਕਈ ਬੰਦੇ ਖੜ ਗਏ ਗਵਾਂਢੀ, ਉਹ ਆ ਰਿਹਾ ਫਲਾਨਾ ਸਿਆ ਖੜ ਜਾ, ਖੜ ਗਿਆ। ਕਹਿੰਦਾ ਵੀ ਜਿਹੜੇ ਤੂੰ ਪਾਪ ਕਰਦਾ ਨਾ ਇਹ ਸਾਨੂੰ ਵੀ ਬਹੁਤ ਧੱਬਾ ਲਾ ਦੇਣਗੇ, ਤੂੰ ਫਿਰ ਉਹਨਾਂ ਨੂੰ ਜੰਮਦਾ ਕਿਉਂ ਹੈ, ਤੂੰ ਉਹਨਾਂ ਨੂੰ ਦੱਬੀ ਜਾਂਦਾ। ਹੁਣ ਜਿਹੜਾ ਬੱਚਾ ਹੋਇਆ ਤੂੰ ਜਾ ਕੇ ਉਹਨੂੰ ਦੱਬੇਗਾ। ਕਹਿੰਦਾ ਵੀ ਮੈਂ ਦੱਬਦਾ ਨਹੀਂ, ਅੱਗੇ ਦੱਬੇ ਨੇ। ਕਹਿੰਦਾ ਹਾਂ ਅੱਗੇ ਦੱਬੇ ਨੇ। ਕਹਿੰਦਾ ਉਹ ਕਿਉਂ ਦੱਬੇ ਨੇ? ਕਹਿੰਦਾ ਵੀ ਉਹ ਤਾਂ ਅਕਾਲ ਪੁਰਖ ਨੂੰ ਹੀ ਪਤਾ, ਮੈਨੂੰ ਕੋਈ ਪਤਾ ਨਹੀਂ। ਕਹਿੰਦਾ ਇੱਕ ਮਹਾਂਪੁਰਸ਼ ਮਿਲਿਆ ਵੇ, ਉਹ ਮੈਥੋਂ ਕਰਵਾਈ ਜਾਂਦਾ, ਮੈਂ ਔਕਣ ਕਰੀ ਜਾਂਦਾ, ਉਹਦੀ ਮਿਹਰਬਾਨੀ ਆ, ਮੈਨੂੰ ਪਤਾ ਕੋਈ ਨਹੀਂ। ਕਹਿੰਦੇ ਜਿਹੜਾ ਹੁਣ ਜੰਮਿਆ ਉਹਦੇ ਬਾਰੇ ਦੱਸ। ਕਹਿੰਦਾ ਬਈ ਉਹ ਤਾਂ ਕਹਿੰਦਾ ਮੈਂ ਮੰਜੇ ਤੇ ਪਾਉਣਾ ਨਮਾ ਕੇ। ਕਹਿੰਦੇ ਇਹਦੇ ਨਾਲ ਚਲੋ ਇਹ ਹਰਕਤ ਕਰੂਗਾ, ਉਹਦੇ ਨਾਲ ਬਾਗੇ। ਘਰੇ ਗਏ, ਪਤੀਲਾ ਚੱਕਿਆ, ਪਾਣੀ ਨਿੱਘਾ ਕਰਿਆ, ਨਿੱਘਾ ਕਰਕੇ ਬੱਠਲ 'ਚ ਪਾ ਕੇ ਬੱਚਾ ਚੱਕਿਆ, ਨਮਾ ਕੇ ਤੌਲੀਏ 'ਚ ਬਲੇਟ ਕੇ ਮੰਜੇ ਤੇ ਪਾਤਾ ਬੱਚਾ। ਉਹਨਾਂ ਨੂੰ ਕਹਿੰਦਾ ਹੱਥ ਬੰਨ੍ਹ ਕੇ ਬੇਨਤੀ ਆ ਭਰਾਵੋ ਹੁਣ ਤੁਸੀਂ ਐਂ ਕਰੋ ਬਾਹਰ ਚਲੋ, ਮੈਂ ਵੀ ਬਾਹਰ ਚੱਲਦਾ। ਘਰ ਵਾਲੀ ਦਾ ਮੋਢਾ ਫੜਿਆ, ਕਹਿੰਦਾ ਭਾਗ ਮਨੇ ਤੂੰ ਵੀ ਆ ਜਾ। ਬਾਹਰੋਂ ਕੁੰਡਾ ਲਾਤਾ, ਵਿਹੜੇ 'ਚ ਆ ਗਏ, ਵਿਹੜੇ 'ਚੋਂ ਬਿਹੀ ਵਾਲੇ ਬਾਹਰ 'ਚ ਆ ਗਏ। ਕਹਿੰਦਾ ਭਰਾਵੋ ਤੁਸੀਂ ਖੜ ਜਾਓ ਦੂਰ, ਮੈਂ ਤੇ ਮੇਰੇ ਘਰ ਵਾਲੀ ਖੜਾਂਗੇ ਇੱਥੇ ਦੇਹਲੀਆਂ 'ਚ, ਸਾਨੂੰ ਕਿਸੇ ਮਹਾਂਪੁਰਸ਼ ਨੇ ਦੱਸਿਆ। ਉਹ ਕਹਿੰਦੇ ਦੇਖਾਂਗੇ ਆਪਾਂ ਇਹ ਕੀ ਕਰਦਾ ਹੈ। ਉਹ ਤਾਂ ਖੜ ਗਏ ਦੂਰ, ਘਰ ਵਾਲੀ ਨੂੰ ਖੜਾ ਲਿਆ ਕੋਲੇ, ਬਾਹਰ 'ਚ ਖੜ ਗਏ ਦੋਨੇ, ਬਾਹਰੋਂ ਲਾ ਕੇ ਜਿੰਦਾ। ਹੁਣ ਜਿਹੜਾ ਬੱਚਾ ਪਹਿਲਾਂ ਦੱਬਿਆ ਸੀ ਨਾ ਉਹਦੀ ਆਵਾਜ਼ ਆਈ ਅੰਦਰੋਂ, ਕਹਿੰਦਾ ਹਾਂ ਵੀ ਛੋਟੇ ਭਾਈਓ ਦੱਸੋ ਤੁਹਾਡਾ ਫਿਰ ਕੀ ਲੈਣੇ ਦੇਣੇ ਦਾ ਸੰਬੰਧ ਹੈ ਮਾਂ ਪਿਓ ਨਾਲ। ਉਹ ਕਹਿੰਦੇ ਤੂੰ ਬੜਾ ਹੈ, ਪਹਿਲਾਂ ਤੂੰ ਦੱਸ। ਕਹਿੰਦਾ ਲੈ ਫਿਰ ਮੈਂ ਦੱਸਦਾ। ਕਹਿੰਦਾ ਮੈਂ ਇਸ ਘਰ ਦੇ ਵਿੱਚ ਪੁੱਤ ਬਣ ਕੇ ਆਇਆ, ਪਰ ਮੈਂ ਪੁੱਤ ਨਹੀਂ ਹਾਂ, ਮੈਂ ਦੁਸ਼ਮਣ ਆ ਇਹਨਾਂ ਦਾ, ਮੇਰੇ ਬੈਰੀ ਨੇ। ਕਹਿੰਦਾ ਮੈਂ ਬੈਰ ਲੈਣ ਆਇਆ ਪੁੱਤ ਬਣ ਕੇ। ਕਹਿੰਦੇ ਉਹ ਕਿਵੇਂ? ਕਹਿੰਦਾ ਮੈਂ ਪਤਾ ਕੌਣ ਆ? ਕਹਿੰਦਾ ਜਿਹੜਾ ਇਹਨੇ ਗਊ ਦਾ ਬੱਸਾ ਮਾਰਿਆ ਸੀ ਨਾ ਉਹੀ ਆਤਮਾ, ਹੁਣ ਮੈਂ ਪੁੱਤ ਬਣ ਕੇ ਆਈ ਹਾਂ, ਮੈਂ 5 ਸਾਲ ਦੇ ਨੇ ਹੋ ਕੇ ਮਰਨਾ ਸੀ। ਇਹਨਾਂ ਨੇ ਫਿਰ ਮੇਰੇ ਕੱਪੜੇ ਦੇਖ ਦੇਖ ਮੇਰੀਆਂ ਗੱਲਾਂ ਯਾਦ ਕਰ ਕਰ ਫਿਰ ਇਹਨਾਂ ਨੇ ਟੱਕਰਾਂ ਮਾਰਿਆ ਕਰਨੀਆਂ ਦੇ ਕੰਧਾਂ ਨਾਲ, 5 ਸਾਲ ਦੇ ਨੇ ਮਰਨਾ ਸੀ। ਕਹਿੰਦਾ ਜਿਹੜਾ ਉਹ ਬੱਸਾ ਮਾਰਿਆ ਸੀ ਮੈਂ ਉਹ ਆਤਮਾ ਪੁੱਤ ਬਣ ਕੇ ਆਈ ਹਾਂ ਬਦਲਾ ਲੈਣ, ਜਿਵੇਂ ਮੇਰੀ ਮਾਂ ਰਮਦੀ ਯਾਦ ਕਰ ਕਰ ਮੈਨੂੰ ਰਮਦੀ ਤੀ ਮਿਲਣ ਨੂੰ, ਮੈਂ ਮਿਲ ਨਹੀਂ ਰਿਹਾ। ਕਹਿੰਦਾ ਫਿਰ ਮੈਂ ਵੀ ਤੇ ਇਹਨਾਂ ਨੂੰ ਮਿਲਣਾ, ਮੈਂ ਉਹ ਟੂਹੀ ਭੰਨ ਕੇ ਜਾਣੀ ਤੀ ਇਹਨਾਂ ਦੀ। ਕਹਿੰਦਾ ਹੁਣ ਪਤਾ ਕੀ ਹੋ ਗਿਆ, ਹੁਣ ਇਹਨਾਂ ਨੂੰ ਕਾਲ ਪੁਰਖ ਮਿਲ ਗਿਆ ਸਿੱਧਾ, ਉਹ ਸਿੱਧਾ ਕਾਲ ਪੁਰਖ ਮਿਲ ਗਿਆ। ਉਹ ਕਿਉਂ ਮਿਲ ਗਿਆ? ਜਿਹੜਾ ਪਿੱਛੇ ਚੰਗੇ ਕਰਮ ਕਰਨ ਲੱਗ ਗਿਆ ਉਹਦੇ ਜਰੀਏ ਕਾਲ ਪੁਰਖ ਇਹਨਾਂ ਨੂੰ ਸਿੱਧਾ ਮਿਲ ਗਿਆ। ਉਹ ਜਨਮ ਲੈਣ ਸਾਂ ਮੈਨੂੰ ਟੋਏ 'ਚ ਉਹਨੇ ਦਬਾਤਾ, ਮੇਰਾ ਮੋਹ ਇਹਨਾਂ 'ਚ ਨਹੀਂ, ਇਹਨਾਂ ਦਾ ਮੋਹ ਮੇਰੇ 'ਚ ਨਹੀਂ ਹੈ। ਮੈਂ ਕਹਿੰਦਾ ਧਰਤੀ 'ਚ ਦਬਾਤਾ, ਹੁਣ ਇਹਨਾਂ ਦਾ ਭਾਈ ਇਹਨਾਂ ਨੂੰ ਮੇਰਾ ਦੁੱਖ ਕੋਈ ਨਹੀਂ ਹੈ, ਮੇਰਾ ਸਾਹ ਪੂਰਾ ਹੋ ਗਿਆ। ਹਾਂ ਬਈ ਜਿਹੜਾ ਮਗਰੋਂ ਦੱਬਿਆ ਜੀ ਤੂੰ ਦੱਸ। ਕਹਿੰਦਾ ਬਸ ਦੇਣੇ ਲੈਣੇ ਸੰਬੰਧ ਨੇ, ਮੈਂ ਵੀ ਪੁੱਤ ਬਣ ਕੇ ਆਇਆ, ਮੈਂ ਵੀ ਬਦਲਾ ਲੈਣ ਆਇਆ। ਕਹਿੰਦਾ ਉਹ ਕਿਵੇਂ? ਕਹਿੰਦਾ ਜਦੋਂ ਹਲ ਵਾਹੁੰਦਾ ਸੀ ਕਹਿੰਦਾ ਮੂੰਹ ਤੇ ਮਿਰਗ ਨਿਕਲੇ ਤੇ ਮੈਂ ਮਗਰ ਤੀ, ਕਹਿੰਦਾ ਮੈਂ ਮਗਰ ਭੱਜਿਆ ਫਿਰਦਾ ਜੀ, ਇਸ ਪਾਪੀ ਨੇ ਕਹਿੰਦਾ ਮੈਨੂੰ ਮਾਰ ਕੇ ਖਾਧਾ। ਕਹਿੰਦਾ ਮੇਰਾ ਮਾਂ ਤੇ ਪਿਓ ਰੋਈਆਂ ਦੇ ਵਿੱਚ ਕੂਕ ਕੇ ਮਰ ਗਏ, ਕਹਿੰਦਾ ਕੂਕ ਦੇ। ਕਹਿੰਦਾ ਮੈਂ ਇਹਦਾ ਕੀ ਮਾੜਾ ਕਰਦਾ ਸੀਗਾ? ਕਹਿੰਦਾ ਇਹਨੇ ਮੇਰੀ ਹੱਤਿਆ ਕਰੀ, ਮੈਨੂੰ ਮਾਰਿਆ, ਮੇਰੇ ਮਾਂ ਪਿਓ ਤੋਂ ਮੈਨੂੰ ਰਹਿਤ ਕਰਕੇ ਉਹਨਾਂ ਨੂੰ ਇਕੱਲੇ ਛੋੜਨਾ ਪਿਆ। ਕਹਿੰਦਾ ਉਹ ਰੋਈਆਂ ਦੇ ਵਿੱਚ ਕੂਕਦੇ ਮਰ ਗਏ ਮੇਰੇ ਮਾਂ ਪਿਓ। ਉਹੀ ਕਹਿੰਦਾ ਆਤਮਾ ਹੁਣ ਮੈਂ ਪੁੱਤ ਬਣ ਕੇ ਇਹਦੇ ਜਨਮ ਲਈ ਤੀ ਬਦਲਾ ਲੈਣ ਨੂੰ। ਕਹਿੰਦਾ ਮੈਂ 18 ਸਾਲ ਦੇ ਦਾ ਜਦੋਂ ਮੈਂ ਹੋ ਜਾਂਦਾ 18 ਸਾਲ ਦਾ, ਉਦੋਂ ਇਹਨਾਂ ਨੇ ਮੇਰਾ ਰਿਸ਼ਤਾ ਰੁਸ਼ਤਾ ਕਰਨ ਬਾਰੇ ਸੋਚਣਾ ਸੀ। ਮੈਨੂੰ ਰਿਸ਼ਤਾ ਹੋ ਜਾਂਦਾ ਕੁਝ ਚਿਰ ਬਾਅਦ, ਫਿਰ ਮੇਰੀ ਮੌਤ ਹੋਣੀ ਸੀ। ਕਹਿੰਦਾ ਫਿਰ ਇਹ ਪਾਪੀਆਂ ਨੇ ਕੰਧਾਂ ਨਾਲ ਟੱਕਰਾਂ ਮਾਰਨੀਆਂ ਤੀਆਂ। ਕਹਿੰਦਾ ਮੈਂ ਫਿਰ ਜਿਵੇਂ ਮੇਰੀ ਮਾਂ ਤੜਫਦੀ ਤੀ, ਮਾਂ ਪਿਓ ਓਕਣੇ ਇਹਨਾਂ ਨੂੰ ਤੜਫਣਾ ਸੀ। ਕਹਿੰਦਾ ਪਰ ਹੁਣ ਪਤਾ ਕੀ ਹੋ ਗਿਆ? ਕਹਿੰਦਾ ਹੁਣ ਇਹਨਾਂ ਨੂੰ ਕਾਲ ਪੁਰਖ ਮਿਲ ਗਿਆ ਸਿੱਧਾ, ਉਹਨਾਂ ਨੇ ਰਸਤੇ ਪਾਤਾ ਵੀ ਟੋਏ 'ਚ ਦਬਾਤਾ ਮੈਨੂੰ ਟੋਏ ਦੇ ਵਿੱਚ ਦੱਬੇ ਦਾ ਇਹਨਾਂ ਨੂੰ ਮੇਰਾ ਕੋਈ ਦੁੱਖ ਨਹੀਂ, ਜਨਮ ਲੈਣ ਸਾਰਾ ਭਾਈ ਮੇਰਾ ਮੋਹ ਹੈ ਨਹੀਂ ਤੇ ਇਹਨਾਂ 'ਚ, ਧਰਤੀ 'ਚ ਦਬਾਤਾ ਮੈਨੂੰ। ਹੁਣ ਮੈਂ ਉਹ ਬਦਲਾ ਲੈ ਨਹੀਂ ਰਿਹਾ। ਉਹ ਕਿਉਂ ਨਹੀਂ ਬਦਲਾ ਲੈ ਰਿਹਾ? ਉਹ ਖੰਡਨ ਹੋ ਗਿਆ ਜਿਹੜਾ ਮੈਂ ਪਿੱਛੇ ਚੰਗੇ ਕਰਮ ਕਰ ਗਿਆ, ਉਹਦੇ ਜਰੀਏ ਮੈਂ ਇਹਨਾਂ ਦੀ ਟੂਹੀ ਭੰਨ ਨਹੀਂ ਰਿਹਾ, ਮੇਰਾ ਸਾਹ ਪੂਰਾ ਹੋ ਗਿਆ। ਹਾਂ ਬਈ ਤੂੰ ਮੰਜੇ ਤੇ ਪਿਆ, ਤੂੰ ਤੇਰਾ ਕੀ ਹਿਸਾਬ ਕਿਤਾਬ ਹੈ? ਕਹਿੰਦਾ ਮੇਰਾ ਸੁਣ ਲਓ ਭਾਈ, ਕੋਈ ਕਿਸੇ ਦਾ ਧੀ ਨਹੀਂ, ਕੋਈ ਕਿਸੇ ਦਾ ਪੁੱਤ ਨਹੀਂ, ਇਹ ਤਾਂ ਪਿਛਲੇ ਜਨਮ ਦੇ ਬੱਟੇ ਨੇ, ਦੇਣੇ ਲੈਣੇ ਦੇ ਸੰਬੰਧ ਨੇ। ਆਇਆ ਮੈਂ ਵੀ ਪੁੱਤ ਬਣ ਕੇ ਆ, ਪਰ ਕਹਿੰਦਾ ਮੈਂ ਇਹਨਾਂ ਦੀ ਟੂਹੀ ਨਹੀਂ ਭੰਨਣੀ, ਮੈਂ ਇਹਨਾਂ ਦੀ ਪਾਲਣਾ ਕਰਨੀ ਹੈ। ਕਹਿੰਦੇ ਉਹ ਤੈਂ ਕਿਉਂ ਮੈਂ ਪਾਲਣਾ ਕਰਨੀ ਹੈ? ਕਹਿੰਦਾ ਜਦ ਕਹਿੰਦਾ ਮੈਂ ਖੇਤ ਦੇ ਵਿੱਚ ਕੁੱਤੀ ਦੇ ਜਾਮੇ 'ਚ ਸੀ, ਉੱਥੇ ਦੇ ਸੌਰਾਂ ਦੇ ਵਿੱਚ ਮੈਂ ਸੂਈ ਵੀ ਤੀ ਕੁੱਤੀ, ਮੇਰੇ ਮਗਰ 4 ਕਤੂਰੇ ਤੇ। ਇਹ ਮਾਂ ਰੋਟੀ ਲੈ ਕੇ ਜਾਂਦੀ ਤੀ, ਲੱਸੀ ਲੈ ਕੇ ਜਾਂਦੀ ਤੀ, ਇਹ ਮੈਨੂੰ ਲੱਸੀ ਪਾਉਂਦਾ ਤੀ, ਰੋਟੀ ਪਾਉਂਦਾ ਤੀਗਾ। ਉਹ ਕਹਿੰਦਾ ਇਹਨੇ ਮੇਰੀ ਪਾਲਣਾ ਕਰੀ ਜਿੰਨਾ ਚਿਰ ਮੇਰੇ ਮਗਰ ਕਤੂਰੇ ਨਹੀਂ ਗਏ, ਇਹਨੇ ਮੱਕੀ ਦੇ ਸੌਰ ਨਹੀਂ ਹਿਲਾਏ। ਕਹਿੰਦਾ ਇਹਨੇ ਮੈਨੂੰ ਧੁਰ ਲਾਇਆ। ਕਹਿੰਦਾ ਬਈ ਹੁਣ ਮੈਂ 101 ਸਾਲ ਦੀ ਮੇਰੀ ਉਮਰ ਹੈ, ਮੈਂ ਇਹਨਾਂ ਨੂੰ ਧੁਰ ਲਾਉਣਾ ਹੈ, ਹੁਣ ਮੈਂ ਇਹਨਾਂ ਦੀ ਪਾਲਣਾ ਕਰਨੀ ਹੈ। ਜਿਹੜੇ ਮੇਰੇ ਮਗਰ ਕਤੂਰੇ ਸੇ ਦੇਣਾ ਲੈਣਾ ਸਾਬ ਉਹਨਾਂ ਨੇ ਦੀ ਹੈ, ਉਹ ਆਉਣਗੇ ਪੋਤੇ ਪੋਤੀਆਂ ਬਣ ਕੇ ਇਸ ਘਰ ਦੇ ਵਿੱਚ, ਉਹਨਾਂ ਨੇ ਫਿਰ ਇਹਨਾਂ ਦੀਆਂ ਲੱਤਾਂ ਘੁੱਟਣੀਆਂ, ਇਹਨਾਂ ਨੇ ਦੀ ਸੇਵਾ ਕਰਨੀ ਹੈ। ਉਹ ਪੋਤੇ ਪੋਤੀਆਂ ਬਣ ਕੇ ਆਉਣਗੇ, ਮੈਂ ਪੁੱਤ ਬਣ ਕੇ ਆ ਗਿਆ। ਕਹਿੰਦਾ ਹੁਣ
ਗੱਲ ਇਹ ਆ ਵੀ ਜੇ ਅਗਰ ਇਹ ਪਾਪੀ ਉਹੋ ਜਿਹੇ ਕਰਮ ਕਰਦੇ ਰਹਿੰਦੇ ਨਾ, ਆ ਚੰਗੇ ਕਰਮ ਨਾ ਕਰਨ ਲੱਗਦਾ, ਕਹਿੰਦਾ ਫਿਰ ਪਤਾ ਕੀ ਹੋਣਾ ਸੀ, ਤੈਂ 5 ਸਾਲ ਦੇ ਨੇ ਮਰਨਾ ਸੀ, ਤੈਂ 18 ਸਾਲ ਦੇ ਨੇ ਮਰਨਾ ਸੀ, ਮੈਂ ਲੜਕੀ ਦੇ ਜਾਮੇ ਜਾਉਣਾ ਸੀ। ਫਿਰ ਇੱਥੇ ਬਾਅਦ 'ਚ ਫਿਰ ਇਹਨਾਂ ਨੇ ਘਰ ਭੋਂ ਵੇਚ ਕੇ ਮੇਰੀ ਸ਼ਾਦੀ ਕਰਨੀ ਸੀ। ਜਿੱਥੇ ਮੇਰੀ ਸ਼ਾਦੀ ਹੋ ਜਾਂਦੀ ਮੈਂ ਫਿਰ ਇਹਨਾਂ ਨੂੰ ਉੱਥੇ ਲੈ ਜਾਣਾ ਸੀਗਾ। ਉੱਥੇ ਇਹਨਾਂ ਨੇ ਫਿਰ 5 ਦਿਨ ਕਰਨਾ ਸੀ। ਮੇਰੇ ਘਰ ਵਾਲੇ ਨੇ ਮਾਰ ਕੇ ਛਿੱਤਰ ਫਿਰ ਉੱਥੋਂ ਇਹ ਕੱਢ ਦੇਣੇ ਤੇ ਇਹ ਪਾਪੀ ਫਿਰ ਇਹਨਾਂ 20 ਦੇ ਵਿੱਚ ਰੁਲ ਕੇ ਮੰਗਣਾ ਸੀ, ਇਹਨਾਂ ਨੇ ਰੁਲ ਕੇ ਮਰਨਾ ਸੀ। ਇਹ 20 ਦੇ ਵਿੱਚ ਇਹਨਾਂ ਨੇ ਮੰਗ ਕੇ ਖਾਣਾ ਸੀ, ਰੁਲ ਕੇ ਮਰਨਾ ਸੀ। ਹੁਣ ਕਹਿੰਦਾ ਭਾਈ ਮੈਂ ਪਾਲਣ ਲਈ ਇਹਨਾਂ ਨੂੰ ਆ ਗਿਆ, ਉਹ ਮੈਂ ਆਇਆ ਤਾਂ ਜਿਹੜਾ ਪਿੱਛੇ ਕਰਮ ਕਰਿਆ ਇਹਨਾਂ ਨੇ। ਹੁਣ ਕੋਈ ਕਿਸੇ ਦਾ ਭਰਾਵੋ ਧੀ ਨਹੀਂ, ਕੋਈ ਪੁੱਤ ਨਹੀਂ। ਬੁਰਾ ਕਰਮ ਕਰਨ ਤੋਂ, ਪਾਪ ਕਰਨ ਤੋਂ ਡਰੋ, ਇਹਦਾ ਸਾਰਾ ਹਿਸਾਬ ਦੇਣਾ ਪੈਂਦਾ ਹੈ। ਛੋਟੀ ਉਮਰ ਦੇ ਵਿੱਚ ਲੜਕੀ ਵਿਧਵਾ ਹੋ ਜਾਣੀ, ਛੋਟੀ ਉਮਰ ਦੇ ਵਿੱਚ ਬੰਦਾ ਵਿਧਵਾ ਹੋ ਜਾਣਾ, ਚੰਗੇ ਭਲੇ ਬੰਦੇ ਦੇ ਅੰਗ ਕੱਟਿਆ ਜਾਣਾ, ਅੱਖਾਂ ਦਾ ਜਵਾਬ ਦੇ ਜਾਣੀਆਂ, ਨਿਗਾਹ ਬੰਦ ਹੋ ਜਾਣੀ। ਇਹ ਕੋਈ ਐਵੇਂ ਦੀਆਂ ਗੱਲਾਂ ਨਹੀਂ ਹੈ ਭਰਾਵੋ। ਜਿਹੜਾ ਪਿੱਛੇ ਕਰਮ ਕਰਿਆ ਹੁੰਦਾ ਭੁਗਤਣਾ ਪੈਂਦਾ। ਪਰ ਬੰਦਾ ਕੀ ਕਹਿੰਦਾ ਹੈ, ਇਹਦਾ ਖੁਦ ਮੁਖਤਿਆਰੀ ਹੈ। ਐਵੇਂ ਡਰਾਬੇ ਬਣਾਏ ਵੇ ਨੇ, ਕਿਹੜੇ ਨੇ ਹਿਸਾਬ ਲੈਣਾ? ਕਿਉਂਕਿ ਜੇ ਹਿਸਾਬ ਨਹੀਂ ਲੈਣਾ ਤਾਂ ਇੱਕ ਮੰਜੇ ਦੇ ਵਿੱਚ ਇਹਦਾ ਬੱਚਾ ਪਿਆ ਲੱਤਾਂ ਮਾਰਦਾ ਹੈ, ਉਹਨੂੰ ਖਾਣ ਦੀ ਸੁੱਧ ਨਹੀਂ, ਉਹ ਤੁਰ ਨਹੀਂ ਸਕਦਾ। ਉਹ ਜਦੋਂ ਦਾ ਜਨਮ ਲਿਆ ਉਹ ਮੰਜੇ 'ਚ ਹੀ ਪਿਆ, ਉਹਨੂੰ ਐਸਾ ਭਗਵਾਨ ਨੇ ਰੋਗ ਲਾਇਆ, ਉਹ ਮੰਜੇ 'ਚ ਪਿਆ ਲੱਤਾਂ ਮਾਰੀ ਜਾਂਦਾ। ਇੱਕ ਉਹਦਾ ਹੀ ਭਾਈ ਆ, ਮੋਟਰਸਾਈਕਲ ਗੱਡੀਆਂ ਡੱਕਰੀ ਫਿਰਦਾ। ਉਹ ਹੈ ਤਾਂ ਇੱਕ ਪਿਓ ਦੇ, ਉਹਦਾ ਮਤਲਬ ਕੀ ਹੈ, ਉਹਦਾ ਕਰਮ ਕਰਿਆ ਵਿਆ ਉਹ ਆਪਦਾ ਭੁਗਤ ਰਿਹਾ ਹੈ, ਉਹਦਾ ਕਰਮ ਕਰਿਆ ਵਿਆ ਤਾਂ ਉਹ ਆਪਦਾ ਆਪ ਕਰਮ ਭੁਗਤ ਰਿਹਾ। ਵੀ ਭਰਾਵੋ ਗੱਲ ਇਹ ਹੈ ਬਈ ਬੁਰਾ ਕਰਮ ਕਰ ਦੋ, ਪਾਪ ਕਰਨ ਤੋਂ ਡਰੋ, ਜਿੰਨਾ ਕੁ ਹੁੰਦਾ ਚੰਗਾ ਕਰ ਲਓ, ਚੰਗਾ ਕਰ ਲਓ। ਕਹਿੰਦਾ ਟੀਚਰ ਕਰੀਏ ਨਾ ਮਰਾਸੀ ਜਾਤ ਨੂੰ, ਖਾਲੀ ਹੱਥ ਤੁਰੀਏ ਨਾ ਰਾਤ ਨੂੰ, ਜੂਠੇ ਹੱਥ ਲਾਈਏ ਨਾ ਜਿਹੜੀ ਰਸੋਈ ਆ ਉਹਦੇ ਵਿੱਚ, ਜਿਹੜੀ ਕਹਿੰਦਾ ਆਪਾਂ ਆਟਾ ਗੁੰਨਦੇ ਹਾਂ, ਖਾਲੀ ਹੱਥ ਜਾਈਏ ਨਾ ਰਾਤ ਨੂੰ, ਜੂਠੇ ਹੱਥ ਲਾਈਏ ਨਾ ਪ੍ਰਾਂਤ ਨੂੰ। ਪ੍ਰਾਂਤ ਦੇ ਵਿੱਚੋਂ ਭੋਜਨ ਵੈਸ਼ਨੂੰ ਨੇ ਵੀ ਖਾਣਾ ਹੈ, ਅੰਮ੍ਰਿਤਧਾਰੀ ਨੇ ਵੀ ਖਾਣਾ ਹੈ। ਜਿਹੜੇ ਆਪਣੇ ਬਰਤਨ ਹੁੰਦੇ ਨੇ ਨਾ, ਉਹ ਸਾਰੇ ਬਰਤਨ ਅਲੱਗ-ਅਲੱਗ ਚੀਜ਼ਾਂ ਨੂੰ ਲੱਗੀ ਜਾਂਦੇ ਨੇ। ਪਰ ਜਿਹੜੀ ਪ੍ਰਾਂਤ ਹੈ ਨਾ, ਉਹ ਕਹਿੰਦੀ ਐਡੀ ਵਾਸ਼ ਹੈ ਰਸੋਈ ਦੀ, ਅੰਨ ਪਾਣੀ ਵਾਲੇ ਥਾਂ ਦੀ, ਉਹਦੇ ਵਿੱਚ ਕੀ ਆਟਾ ਹੀ ਗੁੱਝਦਾ ਹੈ। ਜਾਂ ਜਦੋਂ ਲੜਕੀਆਂ ਗੁੜ ਫੇਰਦੀਆਂ ਨੇ ਉਦੋਂ ਪ੍ਰਾਂਤ ਲੈ ਕੇ ਜਾਣੀਆਂ, ਉਹਦੇ ਵਿੱਚ ਸ਼ਗਨ ਦਾ ਗੁੜ ਫੇਰਿਆ ਜਾਊ, ਜਾਂ ਉਹਦੇ ਵਿੱਚ ਭੋਜਨ ਦਾ ਆਟਾ ਗੁੱਝੂਗਾ। ਜਾਂ ਜਦੋਂ ਵੀ ਕੋਈ ਸ਼ਾਦੀ ਹੁੰਦੀ ਆ ਕੰਗਣਾ ਖਿਲਾਉਂਦੇ ਨੇ, ਤਾਂ ਪ੍ਰਾਂਤ ਦੇ ਵਿੱਚ ਪਾਣੀ ਲੱਸੀ ਪਾ ਕੇ ਉਹ ਕੰਗਣਾ ਖਿਲਾਉਂਦੇ ਨੇ। ਪ੍ਰਾਂਤ ਹੈ ਜਿਹੜੀ ਉਹ ਬਹੁਤ ਇੱਕ ਵੱਡਾ ਉੱਤਮ ਭਾਂਡਾ ਹੈ। ਉੱਥੋਂ ਕਿਸੇ ਨੇ ਕਿਹਾ ਵੀ ਜਿਹੜਾ ਮਰਾਸੀ ਹੈ ਨਾ, ਇਹਦੀ ਜਾਤ ਨੂੰ ਟੀਚਰ ਨਾ ਕਰੀਏ, ਉਹ ਬਹੁਤ ਫਿਰ ਮੂਹਰੋਂ ਪੁੱਠੇ ਜਵਾਬ ਦਿੰਦਾ ਹੈ। ਟੀਚਰ ਕਰੀਏ ਨਾ ਮਰਾਸੀ ਜਾਤ ਨੂੰ, ਖਾਲੀ ਹੱਥ ਤੁਰੀਏ ਨਾ ਰਾਤ ਨੂੰ, ਜੂਠੇ ਹੱਥ ਲਾਈਏ ਨਾ ਪ੍ਰਾਂਤ ਨੂੰ।